बुद्ध प्रभ तुच्छ हमारी, वर्ण सकै महिमा जो तिहारी। हम न सकत कर सिफत तुम्हारी, आप लिहो तुम कथा सुधारी। हम न सकत कर सिफत तुम्हारी, आप लिहो तुम कथा सुधारी। सतनाम श्री वाहिगुरु जी। सवैये महले पंजवे के। एक ओंकार सतगुर प्रसाद। सिमरन सोई पुरख अचल अबनासी, जिस सिमरत दुर्मत मल नासी। सिमरन सोई पुरख अचल अबनासी, वाहिगुरु जी का खालसा, वाहिगुरु जी की फतेह। पतित पावन भगत वत्सल, कृपा दिख जाने जुग जुग अटल। धन धन सतगुरु ग्रंथ साहिब महाराज जी दी आमन पवित्र हजूरी विच सचखंड वासी महापुरखों के यादगारी अस्थान गुरुद्वारा अकाल दरबार गुरमत विद्याला दमदमी टकसाल सदरवाला विखे सतगुरु सच्चे पातशाह जी की अपार रहमत बख्शिश नाल अमृत वेले तो सुंदर दीवान सजे हैं। अजे होए दीवाना विच पंज गुरबाणियां दे नितनेम, श्री सुखमनी साहिब जी दे पाठ, आसा जी दी वार दा पावन कीर्तन होया। वडभागी रूहां ने अमृत बाणी नूं गा सुन करके सतगुरु जी दे सफल दर्शन करके भारी लाह प्राप्त कीता है। आओ गुरु प्रेमियो, हुण कुछ समय वास्ते अमृत बाणी दी लड़ीवार कथा सुन करके होर भी लाहा खटिए, जिवें सतगुरु कृपा करके आमन गुरबाणी राही पवित्र उपदेश बख्शिश कर रहे हैं। आओ सुन करके तो अपने मनुखा जन्म दियां एक घड़ियां नूं सफल करिए। सवैये महले पंजवे के। एक ओंकार सतगुर प्रसाद। गुरु प्रेमियो, ये भट्टां दे सवंजां दी कथा चल रही है। भट्ट जन जो वेदां दा अवतार मन्निया, सो अनेका जगह तो विचरदਿਆਂ होया ये भट्ट जन सतगुरु अर्जन देव महाराज जी दे हजूर पहुंचे है। सतगुरु सच्चे पातशाह जी की शरण पए, बेनती की महाराज बहुत समा असीं विचरदे होए आए हैं। राहियो संत हाउ टोल, साध बहु तेरे डिठे। मुखो सो सन्यासी तपसिया है, मुखों ए पंडित मिठे। वर्ष एक हाउ फिरियो, किने नहो परचो लायो। कहते है कहती सुनी, रहत को खुशी न आयो।
ਧੰਨ ਗਰੀਬ ਨਿਵਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਇਹਨਾਂ ਦਾ ਸਰਾਪ ਜੋ ਸੀ ਉਹ ਮਿਟ ਗਿਆ। ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਸਾਡੀ ਕਲਿਆਣ ਕਰੋ। ਸਤਿਗੁਰੂ ਗਰੀਬ ਨਿਵਾਜ ਜੀ ਨੇ ਵਚਨ ਕੀਤਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਸਤਤ ਉਚਾਰੋ। ਜਿਉਂ-ਜਿਉਂ ਸਤਿਗੁਰੂ ਜੀ ਦੀ ਉਸਤਤੀ ਉਚਾਰੋਗੇ ਤੁਹਾਡਾ ਭਲਾ ਹੋਵੇਗਾ। ਉਸ ਸਮੇਂ ਕਹਿਣ ਲੱਗੇ, ਮਹਾਰਾਜ ਸਾਨੂੰ ਦੇਸ਼ ਭਾਸ਼ਾ ਦੇ ਵਿੱਚ ਕਿਵੇਂ ਉਚਾਰਨ ਕਰਨੀ ਹੈ ਸਮਝਾਓ, ਆਪ ਜੀ ਉਚਾਰੋ। ਸਤਿਗੁਰੂ ਜੀ ਨੇ ਉਸ ਵੇਲੇ 9 ਸਵਈਏ ਜੋ ਸਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਸਤਤ ਮੰਗਲ ਰੂਪ ਇਹ ਸ਼੍ਰੀ ਮੁਖ ਵਾਕ ਸਵਈਏ ਉਚਾਰਨ ਕੀਤੇ ਆ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀਹ ਕਿਆ ਬਖਾਨਾ। ਹਾ ਕੇ ਬਲ ਬਲ ਸਦ ਬਲਿਹਾਰ। ਇਸ ਤਰ੍ਹਾਂ ਇਹ 9 ਸਵਈਏ ਸਤਿਗੁਰੂ ਜੀ ਨੇ ਉਚਾਰੇ। 11 ਸਵਈਏ ਉਚਾਰ ਕੇ ਇਹਨਾਂ ਦਾ ਮੋਹ ਨਿਵਰਤ ਕੀਤਾ। ਕਾਚੀ ਦੇਹ ਮੋਹ ਫੁਨ ਬਾਂਧੀ। ਇਹ ਪਾਵਨ 11 ਸਵਈਏ ਉਚਾਰੇ। ਅੱਗੇ ਫਿਰ ਇਹਨਾਂ ਨੇ 10 ਸਵਈਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਸਤਤ ਉਚਾਰਨ ਕੀਤੀ। ਸਾਰੇ ਭੱਟ ਜਨ ਜੋ ਸਤਿਗੁਰੂ ਜੀ ਨੂੰ ਗਾਉਂਦੇ ਆ ਉਹ ਦੱਸਣਾ ਕੀਤਾ। ਸਾਰੇ ਭਗਤ ਪੁਰਾਤਨ ਤੇ ਹੁਣ ਦੇ ਸਮੇਂ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਾਰ ਬ੍ਰਹਮ ਰੂਪ ਕਰਕੇ ਜੋ ਗਾ ਰਹੇ ਆ। 10 ਸਵਈਏ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਸਤਤ ਉਚਾਰਨ ਕੀਤੀ। 22 ਸਵਈਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਉਚਾਰੇ। 60 ਸਵਈਏ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਮਹਿਮਾ ਕਹਿਣਾ ਕੀਤੀ ਹੈ। ਹੁਣ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਵਡਿਆਈ ਕਰ ਰਹੇ ਆ। ਸਵਈਏ ਮਹੱਲੇ 5ਵੇਂ ਕੇ ਆ ਰਹੇ ਆ। 5ਵੇਂ ਪਾਤਸ਼ਾਹ ਜੀ ਦੀ ਵਡਿਆਈ ਉਸਤਤ ਮਹਿਮਾ ਇਹ ਪਾਵਨ ਸਵਈਆਂ ਦੇ ਵਿੱਚ ਭੱਟ ਜਨ ਕਰ ਰਹੇ ਆ। ਸਵਈਏ ਬਾਣੀ ਦਾ ਨਾਮ ਹੈ। ਸੰਪੂਰਨ ਬਾਣੀ ਨੂੰ ਸਵਈਏ ਕਹਿਣਾ ਕੀਤਾ। ਇਹ ਭੱਟ ਜਨਾਂ ਦੀ ਭਾਵੇਂ ਵਿੱਚ ਸੋਰਠੇ ਦੀ ਚਾਲ ਦੇ ਵੀ ਇਹਦੇ ਵਿੱਚ ਸਵਈਏ ਆਉਣਗੇ। ਛਪੇ ਛੰਦ ਚਾਲ ਵੀ ਆਏ ਹਨ। ਦਵਈਆ ਛੰਦ ਸਵਈਆ ਛੰਦ ਵੀ ਆਇਆ। ਕਬਿੱਤ ਦੀ ਚਾਲ ਦੇ ਵੀ ਆਏ ਆ। ਪਰ ਸੰਪੂਰਨ ਬਾਣੀ ਦਾ ਨਾਮ ਸਵਈਏ ਹੈ। ਸੋ ਭੱਟ ਜਨ ਕਿਰਪਾ ਕਰਕੇ ਉਚਾਰ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ। ਆਓ ਸਰਵਣ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾਂ ਮੰਗਲ ਜੋ ਹੈ ਇਹ ਉਚਾਰਨ ਕੀਤਾ, ਲਿਖਾਉਣਾ ਕੀਤਾ। ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਜੋ ਸੱਚਾ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ, ਮੰਗਲ ਰੂਪ ਹੈ। ਉਹ ਜੋ ਸੱਚਾ ਸਤਿਗੁਰੂ ਸਾਰਿਆਂ ਨੂੰ ਰਚਨਹਾਰ ਹੈ। ਜੋ ਤਰਈ ਕਾਲ ਆਬਾਦਤਵੰ ਸਤਵੰ। ਤਿੰਨਾਂ ਕਾਲਾਂ ਵਿੱਚ ਜੋ ਨਾਸ਼ ਤੋਂ ਰਹਿਤ ਹੈ ਉਹਨੂੰ ਸੱਚ ਕਹਿੰਦੇ ਆ। ਉਹ ਸੱਚ ਸਰੂਪ ਉਹ ਸਾਡਾ ਸਤਿਗੁਰੂ ਹੈ ਤੇ ਉਹਦੀ ਸਾਡੇ ਉੱਪਰ ਕਿਰਪਾ ਹੈ। ਸਿਮਰਨ ਸੋਈ ਪੁਰਖ ਅਚਲ ਅਬਨਾਸੀ। ਸੋ ਪਹਿਲਾ ਇਹ ਕੱਲ ਭੱਟ ਜੀ ਦੇ ਸੋਈਏ ਆ ਰਹੇ ਆ। ਇਸੇ ਤਰ੍ਹਾਂ ਫਿਰ ਕੱਲ ਸਹਾਰ ਦੇ 3 ਸੋਈਏ ਆਉਣਗੇ। 9 ਸਵਈਏ ਇਹ ਕੱਲ ਭੱਟ ਜੀ ਦੇ ਆ। ਸੋ ਕੱਲ ਭੱਟ ਜੀ ਉਚਾਰਨ ਕਰ ਰਹੇ ਹਨ। ਸਿਮਰਨ ਸੋਈ ਪੁਰਖ। ਇਹ ਭਾਈ ਉਹ ਜੋ ਪੁਰਖ ਹੈ ਨਾ ਅਚਲ ਅਬਿਨਾਸੀ। ਅਚਲ
ਐਰਣਵਤ ਅਹਿਲ ਕੁਟਸਥ ਰੂਪ ਅਵਿਨਾਸੀ ਜੋ ਨਾਸ਼ ਤੋਂ ਰਹਿਤ ਹੈ, ਉਸ ਪੁਰਖ ਨੂੰ ਸਿਮਰਨ ਸਿਮਰਨਾ ਕਰੋ। ਜਿਸ ਨੂੰ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਗਰੀਬ ਨਿਵਾਜ ਜੀ ਨੇ ਮਹਾਂਪੁਰਖ ਅਕਾਲ ਪੁਰਖ ਵੀ ਕਹਿਣਾ ਕੀਤਾ ਹੈ, ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ ਸਿਮਰਨਾ ਕਰੋ। ਇਹ ਮੰਗਲ ਉਚਾਰਨ ਕਰ ਰਹੇ ਹਨ। ਜਿਸ ਸਿਮਰਤ ਦੁਰਮਤ ਮਲ ਨਾਸੀ, ਜਿਸ ਨੂੰ ਸਿਮਰਨ ਦੇ ਨਾਲ ਇਹ ਖੋਟੀ ਮੈਲ ਜਿਹੜੀ ਹੈ ਨਾ ਮਨ ਦੀ, ਇਹ ਨਾਸ਼ ਹੋ ਜਾਂਦੀ ਹੈ। ਸਤਿਗੁਰ ਚਰਨ ਕਮਲ ਰਿਦ ਧਾਰੰ, ਉਸ ਪਰਮੇਸ਼ਰ ਸਰੂਪ ਸਤਿਗੁਰੂ ਗਰੀਬ ਨਿਵਾਜ ਜੀ ਦੇ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ, ਅਥਵਾ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ, ਗੁਰ ਅਰਜਨ ਗੁਣ ਸਹਿਜ ਵਿਚਾਰੰ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਪਰਉਪਕਾਰ ਸ਼ਾਂਤੀ ਸੁਭਾਅ ਆਦਿਕ ਗੁਣਾਂ ਨੂੰ ਹਿਰਦੇ ਵਿੱਚ ਵਿਚਾਰ ਕਰਕੇ, ਗੁਰ ਰਾਮਦਾਸ ਘਰ ਕੀਓ ਪਰਗਾਸਾ। ਸੋ ਕਵੀ ਜੀ ਕਹਿ ਰਹੇ ਹਨ, ਭੱਟ ਕੱਲ ਜੀ, ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਕੁੱਖ ਨੂੰ ਭਾਗ ਲਾਉਂਦਿਆਂ ਪ੍ਰਕਾਸ਼ ਕੀਤਾ, ਭਾਵ ਅਵਤਾਰ ਧਾਰਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਮਤ 1620 ਬਿਕਰਮੀ ਵਿਸਾਖ ਵਦੀ ਸਤਵੀਂ ਨੂੰ ਗੋਇੰਦਵਾਲ ਸਾਹਿਬ ਵਿਖੇ ਪਿਤਾ ਸਤਿਗੁਰੂ ਰਾਮਦਾਸ ਮਹਾਰਾਜ ਜੀ, ਮਾਤਾ ਭਾਨੀ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਅਵਤਾਰ ਧਾਰਨ ਕੀਤਾ ਹੈ। ਸਗਲ ਮਨੋਰਥ ਪੂਰੀ ਆਸਾ, ਜੋ ਬੀਬੀ ਭਾਨੀ ਜੀ ਦੇ ਸਾਰੇ ਸੰਕਲਪ ਸਨ ਉਹ ਸੰਪੂਰਨ ਕੀਤੇ। ਮਾਤਾ ਭਾਨੀ ਜੀ ਦਾ ਇਹ ਸੰਕਲਪ ਸੀ, ਇਹ ਇੱਛਾ ਸੀ, ਜਿਸ ਵੇਲੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕੀਤੀ, ਸਤਿਗੁਰੂ ਜੀ ਨੂੰ ਪ੍ਰਸੰਨ ਕੀਤਾ, ਸੋ ਵਰ ਮੰਗਣ ਤੋਂ ਕਹਿਣ ਤੋਂ ਉਸ ਵੇਲੇ ਇਹ ਜਾਚਨਾ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਪ੍ਰਸੰਨ ਹੋ ਤਾਂ ਕਿਰਪਾ ਕਰਿਓ, ਇਹ ਜੋ ਗੁਰਗੱਦੀ ਹੈ ਇਹ ਸਾਡੀ ਕੁਲ ਵਿੱਚ ਹੀ ਰਹੇ। ਸੋ ਇਸ ਪ੍ਰਕਾਰ ਉਹ ਜੋ ਸਾਰੇ ਮਨੋਰਥ ਸਨ ਬੀਬੀ ਭਾਨੀ ਜੀ ਦੇ, ਮਾਤਾ ਭਾਨੀ ਜੀ ਦੇ, ਉਹ ਸਤਿਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤੇ। ਸੋ ਛੋਟੇ ਹੁੰਦਿਆਂ ਤੋਂ ਹੀ ਨਾਨਾ ਸਤਿਗੁਰੂ ਜੀ ਤੋਂ ਇਹ ਵਰ ਪ੍ਰਾਪਤ ਕੀਤੇ। ਦੋਹਿਤਾ ਬਾਣੀ ਕਾ ਬੋਹਿ ਥਾ, ਸੋ ਅਜੇ ਆਪ ਜੀ ਬਾਲਕ ਅਵਸਥਾ ਵਿੱਚ, ਛੋਟੀ ਅਵਸਥਾ ਵਿੱਚ ਹੀ ਸਨ। ਸੋ ਅਰਕਾਂ ਭਾਰ ਗੋਡਿਆਂ ਭਾਰ ਰਿੜ੍ਹਦੇ ਹੋਏ ਨਾਨਾ ਸਤਿਗੁਰੂ ਜੀ ਦੇ ਕਮਰੇ ਵੱਲ, ਜਿੱਥੇ ਸਤਿਗੁਰੂ ਜੀ ਸਿੰਘਾਸਨ 'ਤੇ ਬੈਠੇ ਸੋ ਬੰਦਗੀ ਵਿੱਚ ਜੁੜੇ ਸਨ, ਕੋਲ ਚਲੇ ਗਏ ਔਰ ਬਾਂਹ ਉੱਪਰ ਨੂੰ ਉਲਾਰਨ ਲੱਗੇ। ਉਸ ਵੇਲੇ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਵੇਖਿਆ ਕਿ ਸਾਡੇ ਦੋਹਤਾ ਜੀ ਆਏ ਆ। ਬੀਬੀ ਭਾਨੀ ਜੀ ਨੇ ਤੱਕਿਆ ਕਿ ਇਹ ਬਾਲਕ ਅਰਜਨ ਦੇਵ ਜੀ ਸਤਿਗੁਰੂ ਜੀ ਦੇ ਪਲੰਘੇ ਕੋਲ ਪਹੁੰਚ ਗਏ ਆ, ਸਤਿਗੁਰੂ ਜੀ ਦੇ ਪਾਵਨ ਸੋ ਮਹਿਲ ਵਿੱਚ, ਕਮਰੇ ਵਿੱਚ ਪਹੁੰਚ ਗਏ ਹਨ।
ਕਿਉਂਕਿ ਸਤਿਗੁਰੂ ਜੀ ਦਾ ਹੁਕਮ ਸੀ ਕਿ ਜਦੋਂ ਅਸੀਂ ਆਪਣੇ ਧਿਆਨ ਵਿੱਚ ਬੰਦਗੀ 'ਚ ਬੈਠੇ ਹੁੰਦੇ ਹਾਂ, ਕੋਈ ਵੀ ਸਾਨੂੰ ਛੇੜੇ ਨਾ, ਕੋਲ ਨਾ ਆਵੇ। ਮਾਤਾ ਭਾਨੀ ਜੀ ਛੇਤੀ ਨਾਲ ਗਏ ਕਿ ਇਹਨਾਂ ਨੂੰ ਮੈਂ ਪਕੜ ਲਿਆਵਾਂ। ਉਸ ਸਮੇਂ ਸਤਿਗੁਰੂ ਜੀ ਨੇ ਪ੍ਰਸੰਨ ਹੋ ਕਰਕੇ ਬਾਲਕ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੋ ਆਪਣੇ ਹੱਥਾਂ ਵਿੱਚ ਤਾਹ ਨੂੰ ਚੁੱਕ ਕੇ ਤੋਲਿਆ ਔਰ ਕਹਿਣ ਲੱਗੇ ਭਾਰੀ ਗੁਰੂ ਪ੍ਰਗਟ ਹੋਣਗੇ। ਵਰ ਦੇ ਦਿੱਤਾ ਔਰ ਜਦੋਂ ਤਾਹ ਚੁੱਕਿਆ ਤੇ ਛੋਟੇ ਛੋਟੇ ਜੋ ਕੋਮਲ ਚਰਨ ਸਨ ਸਤਿਗੁਰੂ ਜੀ ਦੇ ਲੰਘੇ ਵੱਲ ਨੂੰ ਕਰਨ ਲੱਗੇ। ਮਹਾਰਾਜ ਨੇ ਬਚਨ ਕੀਤਾ ਕਿ ਇੰਨੇ ਕਾਲੇ ਕਿਉਂ ਪੈਂਦੇ ਹੋ, ਇਹ ਦਾਤ ਆਪਣੇ ਪਿਤਾ ਜੀ ਪਾਸੋਂ ਪ੍ਰਾਪਤ ਕਰਨੀ। ਇਸ ਪ੍ਰਕਾਰ ਸਾਰੇ ਜਿਹੜੇ ਸੰਕਲਪ ਸੀ ਮਾਤਾ ਜੀ ਦੇ ਕਿ ਸਾਡੇ ਘਰ ਵਿੱਚ ਹੀ ਇਹ ਗੁਰਗੱਦੀ ਰਹੇ, ਪਿਤਾ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਜਿਸ ਵੇਲੇ ਪਿਰਥੀ ਚੰਦ ਨੇ ਨਾ ਕਰ ਦਿੱਤੀ, ਮਹਾਦੇਵ ਜੀ ਕਹਿਣ ਲੱਗੇ ਕੌਣ ਤਾਇਆ, ਕਿਹਦੇ ਪੁੱਤਰ ਦਾ ਵਿਆਹ, ਇਹ ਝੂਠਾ ਸੰਸਾਰ ਹੈ, ਮੈਂ ਨਹੀਂ ਬਿਰਤੀ ਇਹਦੇ ਵਿੱਚ ਲਾਉਂਦਾ। ਸੋ ਪਿਤਾ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਉਸ ਸਮੇਂ ਸਤ ਵਚਨ ਕਹਿ ਕਰਕੇ ਲਾਹੌਰ ਗਏ। ਚੱਲਣ ਵੇਲੇ ਜੋ ਮਾਤਾ ਜੀ ਨੇ ਸਿੱਖਿਆ ਦਿੱਤੀ, ਪੁੱਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਉ ਹਰ ਹਰ, ਸਦਾ ਭਜੋ ਜਗਦੀਸ਼। ਉਹਨੂੰ ਧਾਰਨ ਕੀਤਾ, ਮੰਨਿਆ ਔਰ ਗੁਰੂ ਕੇ ਪਿਆਰਿਓ ਪਿਤਾ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਗੁਰਗੱਦੀ ਦੇ ਮਾਲਕ ਬਣੇ। ਇਸ ਤਰ੍ਹਾਂ ਮਾਤਾ ਭਾਨੀ ਜੀ ਦੇ ਸਾਰੇ ਜੋ ਮਨੋਰਥ ਸੀ ਉਹ ਪੂਰੇ ਕਰ ਦਿੱਤੇ। ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਪਾਠ ਕੱਲ ਜੀ ਫਰਮਾਉਂਦੇ ਹਨ, ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਨੇ ਜਨਮਤ ਅਵਤਾਰ ਧਾਰਦਿਆਂ ਹੀ ਗੁਰਮਤਿ ਅਨੁਸਾਰ ਬ੍ਰਹਮ ਨੂੰ ਪਛਾਨਣਾ ਕੀਤਾ ਹੈ। ਹਲ ਜੋੜ ਕਰ ਸੋ ਜਸ ਵਖਾਣਿਓ। ਕੱਲ ਭੱਟ ਜੀ ਹੱਥ ਜੋੜ ਕੇ ਬੇਨਤੀ ਕਰਦੇ ਹੈ, ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਪਾਵਨ ਜਸ ਨੂੰ ਆਪ ਜੀ ਦੇ ਦਰ ਤੇ ਖੜਾ ਹੱਥ ਜੋੜ ਕੇ ਉਚਾਰਨ ਕਰਦਾ ਹਾਂ। ਭਗਤ ਜੋਗ ਕਉ ਜੈਤ ਵਾਰ, ਹਰ ਜਨ ਕੋ ਪਾਇਓ। ਇਹ ਸਤਿਗੁਰੂ ਗਰੀਬ ਨਿਵਾਜ ਆਪ ਜੀ ਨੇ ਭਗਤੀ ਤੇ ਜੋਗ ਨੂੰ ਆਪ ਜੀ ਜਿੱਤਣ ਵਾਲੇ ਹੋ। ਆਪ ਸੰਸਾਰ ਵਿੱਚ ਜਿਹੜੇ ਜੋਗੀ ਬਣੇ ਉਹ ਭਗਤੀ ਨਹੀਂ ਕਰਦੇ ਔਰ ਭਗਤ ਜਿਹੜੇ ਸਨ ਉਹ ਇਕੱਲੀ ਭਗਤੀ ਕਰਨ ਵਾਲੇ ਸਨ, ਉਹ ਜੋਗੀ ਨਹੀਂ ਸਨ। ਪਰ ਇਹ ਦੋ ਗੱਲਾਂ ਇਕੱਠੀਆਂ ਕਰਕੇ ਮਾਨੋ ਆਪ ਜੀ ਨੇ ਇਸ ਦੰਤਾਂ ਨੂੰ ਦੀ ਜਿੱਤ ਪ੍ਰਾਪਤ ਕੀਤੀ ਹੈ। ਬਾਕੀ ਕਿਸੇ ਤੋਂ ਭਗਤ ਜੋਗ ਇਕੱਠਾ ਨਹੀਂ ਹੋਇਆ। ਇਸ ਕਰਕੇ ਭਗਤੀ ਤੇ ਜੋਗ ਨੂੰ ਆਪ ਜੀ ਜਿੱਤਣ ਵਾਲੇ ਹੋ। ਅਥਵਾ ਵਾਹਿਗੁਰੂ ਨੇ ਆਪ ਜੀ ਨੂੰ ਸਿੱਖਾਂ ਦੇ ਸੋ ਕਲਿਆਣ ਵਾਸਤੇ ਜਨਕ ਗਿਆਨਵਾਨ ਉਪਾਇਓ ਪ੍ਰਗਟ ਕੀਤਾ। ਜਿਵੇਂ ਜਨਕ ਰਾਜਾ ਜੋ ਗਿਆਨਵਾਨ ਸੀ, ਉਹ ਸੰਸਾਰ ਵਿੱਚ ਰਾਜ ਵਿੱਚ ਰਹਿੰਦਿਆਂ ਹੋਇਆਂ ਉਹ ਭਗਤੀ ਕੀਤੀ, ਉਸਨੇ ਪਰਮੇਸ਼ਰ ਨਾਲ ਜੁੜਨਾ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਵੇਖੋ ਰਾਜ ਵੀ ਕਮਾਇਆ ਤੇ ਨਾਲ ਯੋਗ ਵੀ ਭਗਤੀ ਕੀਤੀ। ਜਨਕ ਰਾਜਾ ਗੁਰੂ ਕੇ ਪਿਆਰਿਓ ਰਾਜ ਕਰਦਿਆਂ ਹੋਇਆ ਉਹਨੇ ਜੋ ਕਮਾਉਣਾ ਕੀਤਾ, ਭਗਤੀ ਕਰਨੀ ਪਰਮੇਸ਼ਰ ਦੀ ਕਰਨੀ ਕੀਤੀ ਹੈ।
ਸੋ ਇਸ ਜਿਵੇਂ ਜਨਕ ਰਾਜੇ ਦੇ ਪਾਸ ਸੁਖਦੇਵ ਮੁਨੀ ਆਇਆ, ਵੇਖਿਆ, ਮਨ ਵਿੱਚ ਉਹਨੇ ਸੰਕਲਪ ਕੀਤਾ ਕਿ ਇਹ ਤਾਂ ਸੰਸਾਰੀਏ ਦੇ ਬੜੀ ਰਾਜਸੀ ਬਿਰਤੀ ਹੈ ਇਹਦੀ। ਇਹ ਸਿੰਘਾਸਨ ਤੇ ਬੈਠਾ ਹੈ, ਪਦਮਨੀਆਂ ਚਰਨ ਝੱਸ ਰਹੀਆਂ, ਸੋਨੇ ਦੇ ਮਹਿਲ ਹਨ, ਮੰਦਰ ਹਨ। ਜਦੋਂ ਇਹਨੇ ਇਹ ਸੰਕਲਪ ਕੀਤਾ, ਆਪਣੀ ਫੌੜੀ ਤੇ ਜੋ ਸੋਟਾ ਸੀ, ਸੋਟਾ ਤੇ ਜੋ ਲੋਟਾ ਸੀ, ਗੋਦੜੀ ਉਹ ਪਿੱਛੇ ਡਿਉੜੀ 'ਚ ਰੱਖ ਆਇਆ ਸੀ। ਉਸ ਵੇਲੇ ਰਾਜਾ ਜਨਕ ਕਹਿਣ ਲੱਗਾ ਕਿ ਇਹ ਜਿਹੜੇ ਸੋਨੇ ਦੇ ਮੰਦਰ ਆ, ਇਹ ਕਿੱਲ ਜੜੇ ਆ, ਇਹ ਧਰਤੀ ਤੇ ਹੀ ਆ, ਕੰਧਾਂ 'ਚ ਕਿੱਲ ਗੱਡੇ ਆ ਨਾ, ਮੰਦਰ ਧਰਤੀ ਤੇ ਹੀ ਆ ਨਾ, ਤੇ ਕਿੱਲ ਕੰਧਾਂ ਵਿੱਚ ਹੀ ਗੱਡੇ ਆ ਨਾ, ਇਹ ਕੋਈ ਮੇਰੀ ਛਾਤੀ 'ਚ ਤਾਂ ਨਹੀਂ ਗੱਡੇ। ਉਸ ਵੇਲੇ ਇਹਦੇ ਸੰਕਲਪ ਨੂੰ ਜਾਣ ਕੇ ਰਾਜੇ ਜਨਕ ਨੇ ਆਪਣੀ ਯੋਗ ਸ਼ਕਤੀ ਦੇ ਨਾਲ ਡਿਉੜੀ ਨੂੰ ਅੱਗ ਲਾ ਦਿੱਤੀ। ਉਸ ਵੇਲੇ ਦਰਬਾਨਚੀ ਜੋ ਹੈ ਨਾ, ਉਹ ਆ ਕੇ ਖਬਰ ਦੇਣ ਲੱਗੇ ਕਿ ਮਹਾਰਾਜ ਡਿਉੜੀ ਨੂੰ ਅੱਗ ਲੱਗ ਗਈ ਹੈ, ਮੰਦਰ ਜਿਹੜੇ ਆ ਨਾ ਸੋਨੇ ਦਾ ਮਹਿਲ ਇਹ ਜਲ ਰਿਹਾ ਹੈ। ਕਹਿਣ ਲੱਗੇ ਕੋਈ ਗੱਲ ਨਹੀਂ, ਜਲਣ ਦਿਓ। ਇਹ ਸੁਣ ਕਰਕੇ ਜਦੋਂ ਇਹ ਸੁਖਦੇਵ ਮੁਨੀ ਨੇ ਸੁਣਿਆ ਕਿ ਕਿਹਦੇ ਮਹਿਲ ਕੀ ਜਲ ਰਿਹਾ, ਜਲਣ ਦਿਓ, ਛੇਤੀ ਨਾਲ ਉੱਠ ਕੇ ਦੌੜਿਆ, ਵੇਖਿਆ, ਪਿਛਾਂਹ ਨੂੰ ਝਾਕਿਆ ਕਿ ਮੈਂ ਉੱਥੇ ਗੋਦੜੀ, ਇਹ ਫੌੜੀ ਤੇ ਇਹ ਜੋ ਲੋਟਾ ਸੀ ਕਰਮੰਡਲ ਰੱਖ ਕੇ ਆਇਆ, ਠੂਠਾ। ਉਸ ਸਮੇਂ ਜਦੋਂ ਉੱਠ ਕੇ ਦੌੜਨ ਲੱਗਾ ਤਾਂ ਰਾਜੇ ਜਨਕ ਨੇ ਕਹਿਣ ਲੱਗਾ ਕਿ ਤੂੰ ਦੱਸ, ਗ੍ਰਸਤੀ ਤੂੰ ਆ ਕਿ ਮੈਂ? ਮੇਰੇ ਸੋਨੇ ਦੇ ਮਹਿਲ ਸੜ ਰਹੇ ਆ ਤੇ ਮੈਂ ਕੋਈ ਪਰਵਾਹ ਨਹੀਂ ਕਰ ਰਿਹਾ। ਤੇਰਾ ਕਿਸੇ ਕਾਰੀਗਰ ਨੇ ਇਹ ਸੋਟਾ ਦਿੱਤਾ ਹੋਣਾ ਕੋਈ, ਆ ਇੱਕ ਲੋਟਾ ਫੌੜੀ, ਇਹ ਗੋਦੜੀ ਵੱਲ ਉੱਠ ਕੇ ਭੱਜ ਰਿਹਾ। ਉਸੇ ਵੇਲੇ ਟਿਕ ਗਿਆ, ਬਹਿ ਗਿਆ। ਫਿਰ ਕਹਿਣ ਲੱਗਾ ਜੀ ਤੁਸੀਂ ਦੱਸੋ, ਇਹ ਗ੍ਰਸਤ 'ਚ ਰਹਿੰਦਿਆਂ, ਰਾਜ ਵਿੱਚ ਰਹਿੰਦਿਆਂ ਮਨ ਕਿਵੇਂ ਇਕਾਗਰ ਰੱਖਦੇ ਹੋ? ਤੇ ਇਸ ਸਮੇਂ ਕਹਿੰਦੇ ਤੈਨੂੰ ਉਪਦੇਸ਼ ਦੱਸ ਦਿਆਂਗੇ, ਪਹਿਲਾਂ ਇੱਦਾਂ ਕਰ, ਆ ਤੇਲ ਦੀ ਥਾਲੀ ਭਰ ਕੇ ਲੈ ਜਾ ਤੇ ਸਾਰੇ ਸ਼ਹਿਰ ਵਿੱਚ ਦੀ ਘੁਮਾ ਕੇ ਲਿਆ, ਤੇਲ ਡੁੱਲਣਾ ਨਹੀਂ ਚਾਹੀਦਾ। ਗੁਰੂ ਪ੍ਰੇਮੀਓ, ਰਾਹ ਦੇ ਵਿੱਚ ਬੜੇ ਰੰਗ ਨਾਚ, ਇਹਦਾ ਤਮਾਸ਼ੇ ਲਾਤੇ, ਅਖਾੜੇ ਲਾਤੇ, ਕੋਈ ਤੇ ਪਹਿਲਵਾਨ ਕੁਸ਼ਤੀਆਂ ਕਰ ਰਹੇ ਆ, ਕਿਤੇ ਜਿਹੜੇ ਆ ਭਗਉਤੀਏ, ਇਹ ਰਾਸ ਧਾਰੀਏ ਲੱਗੇ ਆ, ਤਰ੍ਹਾਂ ਤਰ੍ਹਾਂ ਦੇ ਨਾਚ ਨੁਮਾਇਸ਼ਾਂ ਲਾਤੀਆਂ। ਇਹ ਸੁਖਦੇਵ ਮੁਨੀ ਜੋ ਹੈ ਤੁਰਿਆ ਜਾ ਰਿਹਾ, ਪਰ ਸਾਰਿਆਂ ਤੋਂ ਬਚ ਕੇ ਸਾਵਧਾਨੀ ਰੱਖ ਕੇ ਤੇਲ ਦੇ ਵਿੱਚ ਨਿਗਾਹ ਹੈ ਕਿ ਡੁੱਲ ਨਾ ਜਾਵੇ, ਔਰ ਗੇੜਾ ਕੱਢ ਕੇ ਆ ਗਿਆ। ਰਾਜੇ ਨੇ ਪੁੱਛਿਆ, ਦੱਸ ਤੇਲ ਤਾਂ ਨਹੀਂ ਡੁੱਲਿਆ? ਕਹਿਣ ਲੱਗਾ ਜੀ ਨਹੀਂ। ਕਹਿਣ ਲੱਗੇ ਰਾਜਾ ਕਹਿਣ ਲੱਗਾ, ਦੱਸ ਜੋ ਤਰ੍ਹਾਂ ਤਰ੍ਹਾਂ ਦੇ ਰੰਗ ਨਾਚ ਤਮਾਸ਼ੇ, ਇਹ ਕੌਤਕ ਸਨ, ਉਹਨਾਂ ਨੂੰ ਵੇਖਿਆ ਤੂੰ? ਕਹਿਣ ਲੱਗਾ ਜੀ ਜੇ ਮੈਂ ਉਹਨਾਂ ਨੂੰ ਵੇਖਦਾ ਤੇ ਤੇਲ ਡੁੱਲ ਜਾਣਾ ਸੀ। ਕਹਿੰਦੇ ਇਸੇ ਤਰ੍ਹਾਂ ਹੀ ਅਸੀਂ ਮਨ ਨੂੰ ਇਕਾਗਰ ਰੱਖਦੇ ਹਾਂ, ਮਨ ਨੂੰ ਪਰਮੇਸ਼ਰ ਵੱਲ ਲਾਈ ਰੱਖਦੇ ਹਾਂ, ਉੱਧਰੋਂ ਨਾ ਟੁੱਟੇ। ਤੇ ਇਹ ਜੋ ਰੰਗ ਤਮਾਸ਼ੇ, ਇਹਨਾਂ ਵਿੱਚ ਨਹੀਂ ਮਨ ਜੋੜਦੇ।
ਸੋ ਗੁਰੂ ਕੇ ਪਿਆਰਿਓ, ਕਹਿਣ ਲੱਗਾ ਜੀ ਮੈਨੂੰ ਉਪਦੇਸ਼ ਦਿਓ। ਰਾਜਾ ਕਹਿਣ ਲੱਗਾ ਏਦਾਂ ਕਰ, ਹੁਣ ਇਹ ਯੱਗ ਕਰਨਾ, ਉਦੋਂ ਬਾਅਦ ਵਿਹਲੇ ਹੋ ਕੇ ਦਿਆਂਗੇ ਉਪਦੇਸ਼। ਯੱਗ ਕੀਤਾ, ਇਹਨੂੰ ਕੌਲੇ ਦੇ ਨਾਲ ਕੰਧ ਦੇ ਓਹਲੇ ਕਰ ਦਿੱਤਾ। ਸਾਰੀਆਂ ਜੂਠੀਆਂ ਪੱਤਲਾਂ ਜੋ ਸੀ ਇਹਦੇ ਸਿਰ ਦੇ ਉੱਤੇ ਵਗਾਹ ਮਾਰੀਆਂ, ਸਾਰਿਆਂ ਨੂੰ ਕਹਿਤਾ ਇਹਦੇ ਕੰਧ ਦੇ ਉੱਪਰ ਦੀ ਸੁੱਟੀ ਚੱਲੋ। ਜੂਠੀਆਂ ਪੱਤਲਾਂ ਦੇ ਵਿੱਚ ਲੁਕ ਗਿਆ। ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੁਆ ਤਿਲ ਨ ਡੁਲਾਵੇ ਗੋ। ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੇ ਗੋ। ਇਸ ਤਰ੍ਹਾਂ ਜਦੋਂ ਸਾਰੀ ਜੂਠ ਇਹਦੇ ਸਿਰ ਦੇ ਉੱਤੋਂ ਦੀ ਪਈ, ਫਿਰ ਇਹਦਾ ਹੰਕਾਰ ਨਿਵਰਤ ਹੋਇਆ। ਰਾਜੇ ਨੇ ਕਿਹਾ ਹੁਣ ਤੂੰ ਉਪਦੇਸ਼ ਦੇ ਯੋਗ ਆ। ਗੁਰੂ ਪ੍ਰੇਮੀਓ, ਇਸ ਤਰ੍ਹਾਂ ਜਿਵੇਂ ਰਾਜਾ ਗ੍ਰਸਤ ਵਿੱਚ ਰਹਿੰਦਿਆਂ, ਰਾਜ ਵਿੱਚ ਰਹਿੰਦਿਆਂ ਉਸ ਨੇ ਯੋਗ ਕਮਾਇਆ ਸੀ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਸ ਤਰ੍ਹਾਂ ਰਾਜਾ ਜਨਕ ਦੇ ਵਾਂਗ ਸੰਸਾਰ ਤੋਂ ਨਿਰਲੇਪ ਰਹਿਣਾ ਕੀਤਾ। ਔਰ ਆਪ ਜੀ ਨੂੰ ਵਾਹਿਗੁਰੂ ਜੀ ਨੇ ਗਿਆਨਵਾਨ ਪੈਦਾ ਕੀਤਾ। ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਰਾਜ ਯੋਗ ਕਮਾਉਣਾ ਕੀਤਾ ਹੈ, ਜਿੱਤ ਲੈਣਾ ਕੀਤਾ ਹੈ। ਸ਼ਬਦ ਗੁਰੂ ਪ੍ਰਕਾਸਿਓ, ਹਰ ਰਸਨ ਬਸਾਇਓ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਰ ਦੇ ਨਾਲ ਆਪਾਂ ਪਹਿਲਾਂ ਸਰਵਣ ਕਰ ਲਿਆ ਨਾ ਕਿ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਛੋਟੇ ਹੁੰਦਿਆਂ ਨੂੰ ਵਰ ਦੇ ਦਿੱਤਾ, ਦੋਹਿਤਾ ਬਾਣੀ ਕਾ ਬੋਹਿਤਾ। ਇਹ ਸਾਡੇ ਦੋਹਤਰੇ ਬਾਣੀ ਦੇ ਜਹਾਜ਼ ਬਣਨਗੇ, ਜਹਾਜ਼ ਰਚਣਗੇ। ਸੋ ਇਸ ਤਰ੍ਹਾਂ ਸ਼ਬਦ ਗੁਰੂ ਜੋ ਹੈ ਨਾ, ਚਾਹਾਂ ਸਤਿਗੁਰਾਂ ਦੀ ਬਾਣੀ ਪੰਜਵੀਂ ਆਪਣੀ ਬਾਣੀ ਉਚਾਰ ਕੇ, ਇਸੇ ਤਰ੍ਹਾਂ 15 ਭੱਟਾਂ ਦੀ, 15 ਭਗਤਾਂ ਦੀ, 17 ਭੱਟਾਂ ਦੀ ਔਰ 4 ਗੁਰਸਿੱਖਾਂ ਦੀ ਬਾਣੀ ਸਤਿਗੁਰੂ ਗਰੀਬ ਨਿਵਾਜ ਜੀ ਨੇ ਰਚ ਕਰਕੇ, ਇਹ ਇਕੱਤਰ ਕਰਕੇ ਇਹ ਬਾਣੀ ਦਾ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਰਚਨਾ ਕੀਤਾ ਹੈ। ਹਰ ਰਸਨ ਬਸਾਇਓ। ਸੋ ਆਪਣੀ ਰਸਨਾ ਦੇ ਉੱਪਰ ਹਰੀ ਨੂੰ ਵਸਾਇਆ, ਅਥਵਾ ਵਾਹਿਗੁਰੂ ਨੂੰ ਰਸਨ ਜਿਹਵਾ ਦੇ ਉੱਪਰ ਵਸਾ, ਜੋ ਸਾਰੇ ਸਿੱਖਾਂ ਦੀ ਜਿਹਵਾ ਦੇ ਉੱਪਰ ਵਸਾ ਦਿੱਤਾ ਹੈ। ਗੁਰ ਨਾਨਕ ਅੰਗਦ ਅਮਰ ਲਾਗ, ਉਤਮ ਪਦ ਪਾਇਓ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨੀ ਲੱਗ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ, ਔਰ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨੀ ਲੱਗ ਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਤਮ ਪਦਵੀ ਪਾਈ। ਇਸੇ ਤਰ੍ਹਾਂ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗ ਕਰਕੇ ਉੱਤਮ ਪਦ ਪਾਇਓ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉੱਤਮ ਪਦਵੀ ਨੂੰ ਪ੍ਰਾਪਤ ਕੀਤਾ, ਗੁਰਗੱਦੀ ਰੂਪ ਉੱਤਮ ਪਦਵੀ ਨੂੰ। ਗੁਰ ਅਰਜਨ ਘਰ ਗੁਰ ਰਾਮਦਾਸ, ਭਗਤ ਉਤਰ ਆਇਓ। ਗੁਰ ਅਰਜਨ ਘਰ ਗੁਰ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਰਾਮਦਾਸ ਜੀ ਦੇ ਘਰ ਭਗਤੀ ਦਾ ਅਵਤਾਰ ਹੀ ਹੋਏ ਹੈ। ਇੱਥੇ ਨਹੀਂ ਸਮਝਣਾ ਕਿ ਗੁਰਪਦ ਪਦ ਨਹੀਂ ਲਾਇਆ। ਗੁਰੂ ਕੇ ਪਿਆਰਿਓ, ਇੱਥੇ ਭਗਤੀ ਦਾ ਪ੍ਰਕਾਸ਼ ਸਤਿਗੁਰੂ ਜੀ ਨੇ ਕੀਤਾ, ਉਹ ਜਣਾਇਆ। ਬਾਕੀ ਅੱਗੇ ਵਚਨ ਆਉਣਗੇ। ਗੁਰ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਤੱਖ
ਹਰੀ ਅਕਾਲ ਪੁਰਖ ਦਾ ਹੀ ਅਵਤਾਰ ਹਨ, ਰੂਪ ਹਨ, ਕੋਈ ਫਰਕ ਨਹੀਂ, ਕੋਈ ਭਿੰਨ ਨਹੀਂ, ਕੋਈ ਭੇਦ ਨਹੀਂ। ਸੋ ਭਗਤ ਪੈਦਾ ਕਰਨ ਵਾਸਤੇ ਦੁਨੀਆ ਦੇ ਵਿੱਚ ਸਤਿਗੁਰੂ ਗਰੀਬ ਨਿਵਾਜ ਜੀ ਨੇ ਅਵਤਾਰ ਧਾਰਨ ਕੀਤਾ ਹੈ, ਭਾਵ ਭਗਤੀ ਸਿੱਖਾਂ ਨੂੰ ਦ੍ਰਿੜ ਕਰਾਉਣ ਵਾਸਤੇ। ਵੱਡ ਭਾਗੀ ਉਨ ਮਾਨਿਓ, ਰਿੱਧ ਸ਼ਬਦ ਵਸਾਇਓ। ਵੱਡਿਆਂ ਭਾਗਾਂ ਵਾਲਿਆਂ ਨੇ ਉਨ ਮਾਨਿਓ ਇਹ ਵਿਚਾਰ ਕੀਤਾ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਿ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਸਰੂਪ ਹਨ। ਰਿੱਧ ਸ਼ਬਦ ਵਸਾਇਓ, ਔਰ ਜਿਨ੍ਹਾਂ ਨੇ ਇਹ ਵਿਚਾਰਿਆ ਗੁਰਸਿੱਖਾਂ ਨੇ, ਉਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਨੇ ਆਪਣਾ ਸ਼ਬਦ ਉਪਦੇਸ਼ ਵਸਵਣਾ ਕੀਤਾ। ਅਥਵਾ ਬ੍ਰਹਮ ਜੋ ਪਰਮੇਸ਼ਰ ਹੈ, ਸ਼ਬਦ ਨਾਮ ਬ੍ਰਹਮ ਦਾ ਵੀ ਹੈ ਨਾ, ਉਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਨੇ ਪਾਰ ਬ੍ਰਹਮ ਨੂੰ ਵਸਾ ਦਿੱਤਾ ਹੈ। ਮਨ ਮਾਣਕ ਸੰਤੋਖਿਓ, ਗੁਰ ਨਾਮ ਦਿਰੜਾਇਓ। ਇਹ ਜੋ ਮਾਣਕ ਦੇ ਵਤ ਮਨ ਹੈ, ਕਿਤੇ ਵੀ ਇਹ ਸੰਤੋਖ ਧਾਰ ਕੇ ਨਹੀਂ ਟਿਕਦਾ। ਇਹਨੂੰ ਸਤਿਗੁਰੂ ਜੀ ਨੇ ਸੰਤੋਖ ਬਖਸ਼ਿਸ਼ ਕਰ ਦਿੱਤਾ। ਆਪਣਾ ਸ਼ਬਦ ਵਸਾ ਕੇ ਉਪਦੇਸ਼ ਦੇ ਕਰਕੇ ਗੁਰ ਨਾਮ ਦਿਰੜਾਇਓ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋ ਗੁਰਸਿੱਖਾਂ ਨੂੰ ਦੇ ਮਨਾਂ ਨੂੰ ਟਿਕਾ ਦਿੱਤਾ। ਚਿੱਤ ਜਿਹੜੇ ਆ ਸੰਤੋਖ ਤੇ ਸਹਿਤ ਕਰ ਦਿੱਤੇ, ਸੰਤੁਸ਼ਟ ਕਰ ਦਿੱਤੇ। ਮਾਣਕ ਨਾਮ ਰੂਪੀ ਜਿਹੜਾ ਹੈ ਨਾ, ਨਾਮ ਦ੍ਰਿੜ ਕਰਾ ਕਰਕੇ ਮਨ ਜਿਹੜਾ ਮਾਣਕ ਦੀ ਤਰ੍ਹਾਂ ਮੋਲ ਕੇ ਇਹਨੂੰ ਸੰਤੋਖ ਬਖਸ਼ਿਸ਼ ਕਰ ਦਿੱਤਾ। ਅਗਮ ਅਗੋਚਰ ਪਾਰ ਬ੍ਰਹਮ, ਸਤਿਗੁਰ ਦਰਸਾਇਓ। ਆਗਮ ਜੋ ਮਨ ਦੀ ਗਮਤਾ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦੇ ਅਵਿਸ਼ੇ, ਜੋ ਪਾਰ ਬ੍ਰਹਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਸਤਿਗੁਰ ਦਰਸਾਇਓ। ਸਤਿਗੁਰੂ ਗਰੀਬ ਨਿਵਾਜ ਜੀ ਨੇ ਤੇ ਇਸ ਪਾਰ ਬ੍ਰਹਮ ਦੇ ਦਰਸ਼ਨ ਕਰਾ ਦਿੱਤੇ ਗੁਰਸਿੱਖਾਂ ਦੇ ਤਾਈਂ, ਅਥਵਾ ਉਸੇ ਪਾਰ ਬ੍ਰਹਮ ਦਾ ਰੂਪ ਹੀ ਸਤਿਗੁਰੂ ਜੀ ਹਨ। ਦਰਸ਼ਨ ਕੀਤੇ ਗੁਰਸਿੱਖਾਂ ਨੇ। ਗੁਰ ਅਰਜਨ ਘਰ ਗੁਰ ਰਾਮਦਾਸ, ਅਨਭਉ ਠਹਿਰਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਨੇ ਅਨੁਭਵ ਪ੍ਰਕਾਸ਼ ਜੋ ਹੈ ਨਾ, ਉਹਨੂੰ ਠਹਿਰਾ ਦਿੱਤਾ। ਅਥਵਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਅਨੁਭਵ ਸਰੂਪ ਹੈ, ਡਰ ਤੋਂ ਰਹਿਤ, ਤਿਸ ਸਰੂਪ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋ ਠਹਿਰਾਇਓ, ਸੋ ਵਾਸਾ ਕਰਨਾ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਨੁਭਵ ਪ੍ਰਕਾਸ਼ ਨੂੰ ਠਹਿਰਾਇਓ, ਟਿਕਾਉਣਾ ਕੀਤਾ ਹੈ। ਅਨੁਭਵ ਡਰ ਤੋਂ ਰਹਿਤ ਹੈ ਜੋ, ਸੋ ਜਿੱਥੇ ਡਰ ਨਹੀਂ ਕੋਈ, ਉਹ ਸਰੂਪ ਸੁਤੇ ਸਰੂਪ, ਸੋ ਸਹਿਜ ਸਰੂਪ ਪਰਮੇਸ਼ਰ ਦਾ ਟਿਕਾ ਕੀਤਾ ਹੈ। ਜਨਕ ਰਾਜ ਵਰਤਾਇਆ, ਸਤ ਜੁਗ ਆਲੀਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਨੇ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ, ਸੋ ਗਿਆਨ ਹੈ ਨਾ, ਜਨਕ ਤੋਂ ਲੈਣਾ ਗਿਆਨਵਾਨ, ਇਸ ਤਰ੍ਹਾਂ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਔਰ ਸਤਿਯੁਗ ਆ ਲੀਣਾ, ਜਿਵੇਂ ਸਤਿਯੁਗ ਦੇ ਵਿੱਚ ਜੋ ਬੇਣੂ ਰਾਜਾ ਸੀ, ਉਹਨੇ ਸ਼ੁਕਰਾਚਾਰਜ ਦੀ ਜੋ ਲੜਕੀ ਸੀ, ਸੋ ਦੇਵਜਣੀ, ਉਹਦੇ ਸੱਤ ਨੂੰ ਤੋੜਨ ਕਰਕੇ 10,000 ਵਰਾ
ਸਤਿਯੁਗ ਦੇ ਵਿੱਚ ਕਲਯੁਗ ਵਰਤਿਆ ਸੀ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਜਿਹੜਾ ਸਤਿਯੁਗ ਦਾ 10,000 ਵਰ੍ਹਾ ਸੀ ਉਹ ਇੱਥੇ ਕਲਯੁਗ ਵਿੱਚ ਵਰਤਾ ਦਿੱਤਾ। ਸੋ ਕਲਯੁਗ ਦੇ ਵਿੱਚ ਸਤਿਗੁਰੂ ਜੀ ਨੇ ਸਤਿਯੁਗ ਨੂੰ ਵਰਤਾ ਦਿੱਤਾ। ਜਿਵੇਂ ਉੱਥੇ ਸੋ ਬੇਣੂ ਰਾਜੇ ਦੇ ਪਾਪ ਕਰਨ ਤੋਂ ਸਤਿਯੁਗ ਦੇ ਵਿੱਚ ਕਲਯੁਗ ਵਰਤਿਆ ਸੀ। ਸਤਿਗੁਰੂ ਗਰੀਬ ਨਿਵਾਜ ਜੀ ਨੇ ਧਰਮ ਦਾ ਪ੍ਰਕਾਸ਼ ਕੀਤਾ। ਇੱਥੇ ਸਤਿਯੁਗ ਦੇ ਵਿੱਚ ਕਲਯੁਗ ਦੇ ਵਿੱਚ ਆ ਕੇ ਸਤਿਯੁਗ ਆ ਲੀਣਾ, ਆ ਕੇ ਲੀਨ ਹੋ ਗਿਆ, ਵਰਤ ਗਿਆ। ਗੁਰ ਸਬਦੇ ਮਨ ਮਾਨਿਆ ਆਪਤੀਜ ਪਤੀਣਾ। ਸਾਨੂੰ ਗੁਰੂ ਗਰੀਬ ਨਿਵਾਜ ਸਤਿਗੁਰੂ ਜਿਨ੍ਹਾਂ ਦਾ ਚਿੱਤ ਆਪ ਜੀ ਦੇ ਉਪਦੇਸ਼ ਦੇ ਵਿੱਚ ਮੰਨਿਆ ਨਾ, ਉਹਨਾਂ ਦਾ ਅਪਤੀਜ ਇਹ ਮਨ ਪਤੀਜ ਗਿਆ, ਨਾ ਪਤੀਜਣ ਵਾਲਾ ਇਹ ਮਨ ਉਹਨਾਂ ਦਾ ਮੰਨ ਗਿਆ ਹੈ। ਗੁਰ ਨਾਨਕ ਸਚ ਨੀਵ ਸਾਜ ਸਾਤੇ ਗੁਰ ਸੰਗ ਲੀਣਾ। ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚੀ ਜੋ ਭਗਤੀ ਰੂਪੀ ਨੀਂਹ ਸਿਰਜੀ ਆ ਨਾ, ਅਥਵਾ ਸੱਚ ਨੀਵ ਸਾਜ, ਸੱਚ ਰੂਪ ਦੇ ਕੋਟ ਨੂੰ ਉਸਾਰਨ ਵਾਸਤੇ ਇਹ ਭਗਤੀ ਦੀ ਨੀਂਹ ਨੂੰ ਸਿਰਜ ਕੇ ਧੰਨ ਗੁਰੂ ਗਰੀਬ ਨਿਵਾਜ ਜੀ ਨੇ ਸਤਿਗੁਰ ਅੰਗਦ ਜੀ ਦੇਵ ਜੀ ਮਹਾਰਾਜ ਜੀ ਨਾਲ ਲੀਨ ਹੋ ਗਏ। ਆਪਣਾ ਸਰੂਪ ਜੋ ਸੀ, ਆਪਣੀ ਜੋਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਟਿਕਾ ਦਿੱਤੀ। ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ। ਇਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਅਪਰੰਪਰ ਜੋ ਪ੍ਰਕਿਰਤੀ ਤੋਂ ਪਰੇ ਬੀਣਾ, ਜੋ ਸੁੰਦਰ ਸਰੂਪ ਪਰਮੇਸ਼ਰ ਹੋਣਾ, ਸੁੰਦਰ ਸਰੂਪ ਪਰਮੇਸ਼ਰ ਦਾ ਆਪ ਜੀ ਪ੍ਰਗਟ ਹੋਏ ਹੋ। ਧੰਨ ਗਰੀਬ ਨਿਵਾਜ ਜੀ ਆਪ ਜੀ ਪ੍ਰਕਿਰਤੀ ਤੋਂ ਪਰੇ ਜੋ ਸੁੰਦਰ ਸਰੂਪ ਵਾਲੇ ਪਰਮੇਸ਼ਰ ਦਾ ਹੀ ਰੂਪ ਬਣ ਰਹੇ ਹੋ। ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ। ਸੋ ਹਰੀ ਰਾਜਾ ਸਰੂਪ ਹਰੀ ਨੇ ਖੇਲ ਗੂੜੋ ਕੀਓ, ਇਹ ਜੋ ਉਜਲ ਜਿਹੜਾ ਨਾ ਵਿਮਲ ਮੁੱਧ ਸਤਿਗੁਰੂ ਸਮਾਣੋ ਸੰਤੋਖ ਸੰਵਾਚਰਿਓ। ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਇਹ ਗੰਭੀਰ ਖੇਡ ਨੂੰ ਸਤਿਗੁਰੂ ਜੀ ਨੇ ਰਚਨਾ ਕੀਤਾ। ਗੂੜੋ ਗੁਪਤ ਜੋ ਖੇਲ ਸੀ ਨਾ, ਇਹ ਕਰਨਾ ਕੀਤਾ। ਭਾਵ ਜੋ ਅੰਦਰ ਬ੍ਰਹਮ ਸੀ ਪਰੰਤੂ ਬਾਹਰੋਂ ਲੋਕਾਂ ਤੋਂ ਲੁਕਿਆ ਹੋਇਆ, ਕਿਸੇ ਨੂੰ ਨਹੀਂ ਪਤਾ। ਇੰਨੇ ਗੰਭੀਰ ਰਹੇ ਹਨ। ਅੰਦਰ ਬ੍ਰਹਮ ਜੋਤੀ ਸਰੂਪ ਹਨ, ਪ੍ਰਤੱਖ ਹਰ ਰੂਪ ਹਨ, ਤੇ ਬਾਹਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਸਾਰੀ ਮਨੁੱਖੀ ਲੀਲਾ ਕਰ ਰਹੇ ਆ। ਇਸ ਪ੍ਰਕਾਰ ਬਿਮਲ ਬੁੱਧ ਸਤਿਗੁਰ ਸਮਾਣੋ। ਵਿਮਲ ਬੁੱਧ ਉਜਲ ਬੁੱਧੀ ਵਾਲੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੂਪ ਵਿੱਚ ਸਮਾਣੋਂ ਸਮਾਏ ਹੋਏ ਆ। ਆਪ ਜੀ ਸਤਿਗੁਰੂ ਰਾਮਦਾਸ ਜੀ ਦੇ ਸਮਾਨ ਨਿਰਮਲ ਬੁੱਧ ਵਾਲੇ ਹੋ, ਔਰ ਸਤ ਗੁਰ ਤ੍ਰੈ ਕਾਲ ਆਬਾਦ ਸਰੂਪ ਜੋ ਚੇਤਨ ਬ੍ਰਹਮਣ ਆ ਉਹਦੇ ਵਿੱਚ ਸਮਾਏ ਹੋਏ ਹੋ। ਧੰਨ ਸੱਚੇ ਪਾਤਸ਼ਾਹ ਹਰ ਰਾਏ ਰਾਜਾ ਸਰੂਪ ਜੋ ਪਰਮੇਸ਼ਰ ਹੈ, ਪਰਮੇਸ਼ਰ ਨੇ ਇਹ ਬੜਾ ਗੁਪਤ ਗੁੱਝਾ ਜੋ ਖੇਡ ਕੀਤੀ ਹੈ, ਖੇਲ ਰਚਿਆ।
ਜੋ ਆਪ ਜੀ ਦੇ ਨਾਮ ਬਾਣੀ ਦੇ ਉਪਦੇਸ਼ ਦੁਆਰਾ ਸਿੱਖਾਂ ਨੂੰ ਸੰਤੋਖ ਆਦਿਕ ਸ਼ੁਭ ਗੁਣਾ ਨਾਲ ਭਲੀ ਪ੍ਰਕਾਰ ਗ੍ਰਹਿਣ ਕਰਵਾਇਆ ਸ਼ੁਭ ਗੁਣ ਔਰ ਬਿਮਲ ਬੁੱਧ ਉਜਲ ਬੁੱਧੀ ਵਾਲੇ ਸਿੱਖ ਆਪ ਜੀ ਦੇ ਸਰੂਪ ਵਿੱਚ ਸਮਾ ਰਹੇ ਹਨ। ਆਪ ਜੀ ਦੀ ਪਾਵਨ ਸਿੱਖਿਆ ਨੂੰ ਧਾਰਨ ਕਰਕੇ ਆਪ ਜੀ ਦੇ ਪਾਵਨ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਆ ਜੋਨੀ ਸੰਭਵਿਓ ਸੋ ਜਸ ਕਲ ਕਵੀਅਣ ਬਖਾਣਿਓ। ਆ ਜੋਨੀ ਜੋ ਜੂਨਾਂ ਦੇ ਵਿੱਚ ਪੈਣ ਤੋਂ ਰਹਿਤ ਹੈ, ਅਜਨਮਾ ਸਰੂਪ ਸੰਭਵਿਓ ਜੋ ਸੁਤੇ ਪ੍ਰਕਾਸ਼ ਹੈ, ਸੰਗ ਭਲੀ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਅਜਨਮ ਪੁਣਾ ਆਪ ਜੀ ਦਾ ਸੁਤੇ ਪ੍ਰਕਾਸ਼ ਹੋ ਔਰ ਆਪ ਜੀ ਦਾ ਅਜਨਮ ਪੁਣਾ ਬਣਦਾ ਹੈ। ਭਾਵ ਅਜੋਨੀ ਹੁੰਦਿਆਂ ਹੋਇਆਂ ਵੀ ਪ੍ਰਣ ਭਾਵ ਨੂੰ ਪ੍ਰਾਪਤ ਹੋਇਓ। ਵਾਸਤਵ ਸ੍ਰਿਸ਼ਟੀ ਦ੍ਰਿਸ਼ਟੀ ਕਰਕੇ ਆਪ ਜੀ ਜੂਨਾਂ ਤੋਂ ਰਹਿਤ ਹੋ, ਪਰੰਤੂ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਆਪ ਜੀ ਨੇ ਭਲੀ ਪ੍ਰਕਾਰ ਸੰਗ ਭਲੀ ਪ੍ਰਕਾਰ ਤੇ ਭਵਿਓ ਅਵਤਾਰ ਧਾਰਨ ਕੀਤਾ। ਸੋ ਜਸ ਕਲ ਕਵੀਅਣ ਬਖਾਣਿਓ। ਆਪ ਜੀ ਦੇ ਇਸ ਸ੍ਰੇਸ਼ਟ ਜਸ ਨੂੰ ਕੱਲ ਭੱਟ ਜੀ ਫਰਮਾਉਂਦੇ ਹਨ, ਅਸੀਂ ਕਵੀ ਜਨਾਂ ਨੇ ਕਥਨ ਕੀਤਾ ਹੈ, ਉਚਾਰਨ ਦਾ ਯਤਨ ਕੀਤਾ ਹੈ ਆਪ ਜੀ ਦੇ ਸ੍ਰੇਸ਼ਟ ਜਸ ਨੂੰ। ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਵਰਸਾਏ। ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਗੁਣਾਂ ਦੇ ਖਜ਼ਾਨੇ ਪ੍ਰਗਟ ਹੋਏ ਵਰਸਾਏ। ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਣ। ਇਸੇ ਪ੍ਰਕਾਰ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਸਤਿਗੁਰੂ ਰਾਮਦਾਸ ਜੀ ਵਰਸਾਏ ਔਰ ਸਤਿਗੁਰੂ ਰਾਮਦਾਸ ਜੀ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਰਸਾਉਣਾ ਕੀਤਾ, ਵਡਿਆਈਆਂ ਪ੍ਰਾਪਤ ਕੀਤੀਆਂ। ਕਿਵੇਂ? ਪਾਰਸ ਪਰਸ ਪ੍ਰਮਾਣ। ਪਾਰਸ ਨੂੰ ਪਰਸਣ ਦੇ ਸਦਰਸ਼ ਹੈ। ਪਾਰਸ ਨੂੰ ਪਰਸ ਕਰਕੇ ਜਿਵੇਂ 8 ਧਾਤਾਂ ਸੋਨਾ ਬਣ ਜਾਂਦੀਆਂ, ਇਸ ਤਰ੍ਹਾਂ ਸ਼ੁੱਧ ਸਰੂਪ ਪਾਰਸ ਸਤਿਗੁਰਾਂ ਨੂੰ ਪਰਸ ਕੇ ਔਰ ਬ੍ਰਹਮ ਸਰੂਪ ਹੀ ਹੋ ਗਏ, ਪਰਮੇਸ਼ਰ ਦਾ ਰੂਪ ਹੀ ਬਣ ਗਏ ਸਤਿਗੁਰੂ ਗਰੀਬ ਨਿਵਾਜ। ਸਾਧ ਜੀਵਨ ਅਰਜੁਨ ਅਮੋਲ ਆਜੋਨੀ ਸੰਭਉ। ਅਥਵਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵਰਿਓ ਵਡਿਆਇਆ ਅਥਵਾ ਵਰ ਦਿੱਤਾ ਹੈ, ਵਰ ਸ੍ਰੇਸ਼ਟ ਕੀਤਾ ਹੈ। ਸਾਰਿਆਂ ਗੁਰਾਂ ਦਾ ਜੋ ਪਰਸਨਾ ਪਾਰਸ ਦੇ ਪ੍ਰਮਾਣ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੇ ਤੁਲ ਸ੍ਰੇਸ਼ਟ ਕਰ ਦਿੱਤਾ। ਜਿਵੇਂ ਪਾਰਸ ਦਾ ਪ੍ਰਮਾਣ ਕਹੀਏ ਪ੍ਰਸਿੱਧ ਹੈ ਨਾ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖੋ ਗੁਰ ਤੇ ਗੁਰ ਹੋਇਆ ਜੋ ਤਿਸ ਦੀ ਰਜਾਏ। ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਨੂੰ ਪਰਸ ਕਰਕੇ ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਗੁਰੂ ਤੋਂ ਗੁਰੂ ਰੂਪ ਹੀ ਹੋ ਗਏ। ਸਾਧ ਜੀਵਨ ਅਰਜੁਨ ਅਮੋਲ ਆਜੋਨੀ ਸੰਭਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਆਪ ਜੀ ਸਦਾ ਹੀ ਅਮੋਲਕ ਜੀਵਨ ਵਾਲੇ ਹੋ। ਸਿੱਖਾਂ ਨੂੰ ਸਦਾ ਅਮੋਲਕ ਜੀਵਨ ਦੀ ਦਾਤ ਦੇਣ ਵਾਲੇ ਹੋ। ਅਜਨਮ ਰੂਪ ਹੋ, ਸੰਭਉ ਸੁਤੇ ਪ੍ਰਕਾਸ਼ ਹੋ। ਭੈ ਭੰਜਨ ਪਰ ਦੁਖ ਨਿਵਾਰ, ਅਪਾਰ ਅਨੰਭਉ। ਸੋ ਜੂਨਾਂ ਤੋਂ ਰਹਿਤ ਤੇ ਸੰਭਉ ਸੁਤੇ ਪ੍ਰਕਾਸ਼ ਰੂਪ ਹੋ। ਭੈ ਭੰਜਨ, ਆਪ ਜੀ ਸਿੱਖਾਂ ਦੇ ਡਰ ਨੂੰ ਦੂਰ ਕਰਨ ਵਾਲੇ ਹੋ। ਭੈ ਭੰਜਨ ਪਰ ਦੁੱਖ ਨਿਵਾਰ, ਪਰਾਈ ਪੀੜਾ ਨੂੰ ਨਿਵਰਤ ਕਰਨ ਵਾਲੇ ਹੋ, ਦੁੱਖਾਂ ਨੂੰ ਦੂਰ ਕਰਨ ਵਾਲੇ ਹੋ। ਜਿਸ ਵੇਲੇ ਸੁਲਹੀ ਖਾਨ ਚੜ੍ਹ ਕੇ ਆਇਆ, ਪਿਰਥੀਆ ਲੈ ਕੇ ਆਇਆ ਸੀ ਚੜਾ ਕੇ। ਗੁਰੂ ਪਿਆਰਿਓ, ਸੰਗਤਾਂ ਦੇ ਮਨ ਦੇ ਵਿੱਚ ਭੈ ਹੋਇਆ ਕਿ ਕਿਤੇ ਇਹ ਹੁਣ ਚੜ੍ਹ ਕੇ ਆਇਆ ਹੈ, ਇਹ ਦੁਸ਼ਟ। ਸਿੱਖਾਂ ਦੇ ਮਨ 'ਚ ਜਦੋਂ ਭੈ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਕਿਰਪਾ ਕਰੋ, ਆਪ ਜੀ ਪਹਿਲਾਂ ਸੋ ਬਾਬਾ ਬੁੱਢਾ ਜੀ ਦੇ ਬਚਨ ਪੂਰੇ ਕਰਨ ਵਾਸਤੇ ਜਿਵੇਂ ਵਡਾਲੀ ਨਗਰ ਗਏ ਸੀ, ਹੁਣ ਵੀ ਆਪ ਜੀ ਇਥੋਂ ਚਾਲਾ ਮਾਰੀਏ, ਪਾਸੇ ਚਲੇ ਚਲੀਏ, ਜਾਂ ਫਿਰ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ। ਸੋ ਇਸ ਪ੍ਰਕਾਰ ਕਿਛ ਕਰੋ ਉਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਜੀ, ਇਹ ਦੁਸ਼ਟ ਆ ਰਿਹਾ, ਇਹਦੇ ਨਾਲ ਮੇਲ ਕਰ ਲਈਏ, ਇਹਨੂੰ ਅੱਗੋਂ ਮੋੜ ਦਈਏ, ਇੱਥੇ ਤੱਕ ਨਾ ਪਹੁੰਚੇ। ਪਹਿਲਾਂ ਕੋਈ ਚਿੱਠੀ ਪੱਤਰ ਭੇਜ ਦਈਏ ਜਾਂ ਦੋ ਮਨੁੱਖੀ ਭੇਜ ਦਈਏ ਇਹਨੂੰ ਮਿਲਣ ਵਾਸਤੇ। ਜੇ ਇਹ ਦੋਵੇਂ ਨਹੀਂ ਕਾਰਜ ਕਰਨੇ ਤਾਂ ਤੀਜਾ ਯਤਨ ਕੋਈ ਹੋਰ ਕਰ ਲਈਏ, ਕੋਈ ਯਤਨ ਹੋਰ ਸੋਚ ਲਈਏ, ਵਿਚਾਰ ਲਈਏ। ਪਰ ਧੰਨ ਗੁਰੂ ਗਰੀਬ ਨਿਵਾਜ ਜੀ ਨੇ ਵਚਨ ਕੀਤਾ ਗੁਰਸਿੱਖਾਂ ਨੂੰ ਕਿ ਤੁਸੀਂ ਮਾਤਾ ਡਰੋ, ਇਹ ਇੱਥੇ ਨਹੀਂ ਪਹੁੰਚ ਸਕੇਗਾ। ਸੋਢੀਆਂ ਦੇ ਕੋਠੇ ਉੱਥੇ ਪ੍ਰਿਥੀ ਚੰਦ ਦੇ ਆਵੇ ਵੇਖਦਾ ਹੋਇਆ, ਉੱਥੇ ਗੁਰੂ ਕੇ ਪਿਆਰਿਓ ਇਹ ਸ਼ਰਾਬ ਨਾਲ ਨਸ਼ੇ ਵਿੱਚ ਧੁੱਤ ਹੋਇਆ, ਨਸ਼ੇ ਦੇ ਵਿੱਚ ਗਲਤਾਨ ਹੋਇਆ। ਇਹਨੇ ਤੱਤੇ ਆਵਿਆਂ ਦੇ ਉੱਪਰ ਘੋੜੇ ਨੂੰ ਚਾੜ੍ਹ ਦਿੱਤਾ, ਘੋੜਾ ਤਰਬਕਿਆ, ਇਹ ਆਵੇ ਦੇ ਵਿੱਚ ਡਿੱਗ ਕੇ ਤੇ ਮਰ ਗਿਆ। ਸੋ ਇਹਦੇ ਜੋ ਕਮਨ ਕਸੇ ਵਿੱਚ ਕੁਠਾਰ ਸੀ, ਕੁਹਾੜਾ ਸੀ, ਉਹਦੇ ਨਾਲ ਇਹਦਾ ਸਿਰ ਵੀ ਲੱਥ ਗਿਆ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਇਹ ਪਾਵਨ ਬਚਨ ਸਤਿਗੁਰੂ ਜੀ ਨੇ ਉਸ ਵੇਲੇ ਉਚਾਰਨ ਕੀਤੇ। ਸੋ ਇਸ ਤਰ੍ਹਾਂ ਫਿਰ ਸਲੱਬੀ ਚੜ੍ਹ ਕੇ ਆਇਆ। ਸਲੱਬੀ ਵੀ ਰਾਹ ਦੇ ਵਿੱਚ ਸਜਦਾਂ ਦੇ ਨਾਲ ਇਹ ਲੜਾਈ ਹੋਣ ਤੋਂ ਮਰ ਗਿਆ। ਗੁਰੂ ਪਿਆਰਿਓ, ਧੰਨ ਗੁਰੂ ਗਰੀਬ ਨਿਵਾਜ ਜੀ ਨੇ ਇਸ ਤਰ੍ਹਾਂ ਗੁਰਸਿੱਖਾਂ ਦੇ ਜੋ ਡਰ ਨੂੰ ਰਹਿਤ ਕਰ ਦਿੱਤਾ। ਜੋ ਜੋ ਵੀ ਸਤਿਗੁਰੂ ਜੀ ਦੀ ਸ਼ਰਨ ਪੈਂਦਾ, ਸਤਿਗੁਰੂ ਗਰੀਬ ਨਿਵਾਜ ਜੀ ਉਹਦੇ ਡਰ ਨੂੰ ਦੂਰ ਕਰ ਦਿੰਦੇ। ਅਪਾਰ ਪਾਰਾਵਾਰ ਤੋਂ ਰਹਿਤ ਹਨ ਸਤਿਗੁਰੂ, ਅਨੁਭਵ। ਸੋ ਅਨੁਭਵ ਆਪ ਸੱਚੇ ਪਾਤਸ਼ਾਹ ਭੈ ਤੋਂ ਰਹਿਤ ਹਨ। ਔਰ ਇਸੇ ਤਰ੍ਹਾਂ ਸੋ ਅਨੁਭਵ ਪ੍ਰਕਾਸ਼ ਸਰੂਪ ਹਨ ਸਤਿਗੁਰੂ। ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਣ, ਸੀਤਲ ਸੁਖ ਦਾਤਾ। ਅਗਹਿ ਗਹਿਣ
ਅਗਹਿ ਗਹਿਣ ਪਾਠ ਨਹੀਂ ਕਰਨਾ। ਅਗਹਿ ਜੋ ਗਹਿਆ ਨਹੀਂ ਜਾਂਦਾ, ਅਪਕੜ ਸਰੂਪ ਆ ਨਾ ਪਰਮੇਸ਼ਰ ਦਾ, ਬ੍ਰਹਮ ਦਾ, ਉਹਨੂੰ ਸੋ ਗੁਰਸਿੱਖਾਂ ਨੂੰ ਪਕੜਾ ਦਿੰਦੇ ਹਨ ਸਤਿਗੁਰੂ। ਭਰਮ ਤੇ ਭ੍ਰਾਂਤੀ, ਇਹ ਸੰਸਿਆ ਨੂੰ, ਭ੍ਰਾਂਤੀ ਨੂੰ ਤੇ ਪੰਜ ਪ੍ਰਕਾਰ ਦਾ ਜੋ ਭਰਮ ਹੈ ਤੇ ਇਸ ਨੂੰ ਦਹਿਣ ਨਾਸ਼ ਕਰਨ ਵਾਲੇ ਹਨ। ਸੀਤਲ ਸੁਖ ਦਾਤਾ, ਸੀਤਲ ਠੰਡੇ ਹਨ, ਠਾਰ ਸ਼ਾਂਤ ਹਿਰਦਾ ਹੈ। ਗੁਰੂ ਕੇ ਪਿਆਰਿਓ, ਕਈ ਵਾਰੀ ਵੇਖੀਦਾ ਐ ਅੱਖਾਂ ਮੀਟ ਕੇ ਵੀ ਬਹਿ ਜਾਂਦੇ ਆ, ਬਗਲੇ ਵਰਗੀ ਸਮਾਧੀ ਵੀ ਲਾ ਲੈਂਦੇ ਆ, ਜਿੰਨਾ ਚਿਰ ਨੇਮ ਕਰਦੇ ਆ। ਇਉਂ ਹੁੰਦਾ ਜਿਵੇਂ ਸਰੀਰ 'ਚ ਜਾਨ ਹੀ ਨਹੀਂ ਹੁੰਦੀ, ਇੰਨੇ ਅਚਲ ਬਣ ਜਾਂਦੇ ਆ, ਪਰ ਹਿਰਦਾ ਸ਼ਾਂਤ ਨਹੀਂ ਹੁੰਦਾ। ਇਹ ਅੱਖਾਂ ਮੀਟਣ ਨਾਲ ਜਾਂ ਸਰੀਰ 'ਚ ਸੁਸਤੀ ਪੈਣ ਦੇ ਨਾਲ ਇਹ ਹਿਰਦਾ ਸ਼ਾਂਤ ਨਹੀਂ ਹੋ ਜਾਂਦਾ। ਹਿਰਦਾ ਸ਼ਾਂਤ ਹੁੰਦਾ ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸੇ ਤਾਂ, ਨਹੀਂ ਤੇ ਭਾਵੇਂ ਜਿੰਨੇ ਮਰਜ਼ੀ ਸ਼ਾਂਤ ਬਣ ਕੇ ਬਹਿਣ, ਜਦੋਂ ਛੇੜੋ ਉਸੇ ਵੇਲੇ ਉਹ ਵਾਂਸ ਦੀ ਤਰ੍ਹਾਂ ਖਹਿਣ ਤੋਂ ਜਿਵੇਂ ਅੱਗ ਪ੍ਰਗਟ ਹੋ ਜਾਂਦੀ ਨਾ, ਇਵੇਂ ਪ੍ਰਗਟ ਹੋ ਜਾਂਦੀ ਹੈ, ਕ੍ਰੋਧ ਆ ਜਾਂਦਾ ਹਿਰਦੇ ਵਿੱਚ। ਪਰ ਧੰਨ ਗੁਰੂ ਗਰੀਬ ਨਿਵਾਜ ਸਾਰੀਆਂ ਵਾਸ਼ਨਾ ਨੂੰ ਖੈ ਕਰਕੇ, ਨਾਸ਼ ਕਰਕੇ ਇਹ ਸ਼ਾਂਤੀ ਬਖਸ਼ਿਸ਼ ਕਰ ਦਿੰਦੇ ਹਨ ਹਿਰਦੇ ਦੇ ਵਿੱਚ। ਸੀਤਲ ਸੁਖ ਦਾਤਾ, ਇਸ ਤਰ੍ਹਾਂ ਸੁਖ ਸਰੂਪ ਦੇ ਦਾਤ ਪ੍ਰਗਟ ਕਰ ਦਿੰਦੇ ਹਨ। ਸੁਖ ਸਾਰੇ ਸੁੱਖਾਂ ਦੇ ਦਾਤੇ ਹਨ ਸਤਿਗੁਰੂ ਜੀ। ਸੀਤਲਤਾ, ਸ਼ਾਂਤੀ, ਸ਼ਾਂਤ ਸਰੂਪ ਨੂੰ ਬਖਸ਼ਣ ਵਾਲੇ ਹਨ। ਅਸੰਭਉ ਉਦਵੇਉ ਪੁਰਖ ਪੂਰਨ ਵਿਧਾਤਾ, ਅਸੰਭਉ ਅਚਰਜ ਰੂਪ ਪ੍ਰਗਟ ਹੋਏ ਹਨ, ਪੂਰਨ ਪੁਰਖ ਹਨ, ਵਿਧਾਤਾ ਜੋ ਫਲ ਵਰਦਾਤਾ ਹਨ ਪਰਮੇਸ਼ਰ, ਤੇ ਇਸ ਦਾ ਹੀ ਰੂਪ ਹਨ ਸਤਿਗੁਰੂ ਅਰਜਨ ਦੇਵ ਮਹਾਰਾਜ। ਨਾਨਕ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ। ਔਰ ਡਰ ਤੋਂ ਰਹਿਤ ਕਰਨ ਵਾਲੇ ਕੈਸੇ ਹਨ? ਭਾਈ ਤਲੋਕਾ ਜੀ ਗੁਰੂ ਕੇ ਬਚਨ ਦੇ ਨਾਲ ਗੁਰਸਿੱਖੀ ਧਾਰਨ ਕਰਕੇ ਸਤਿਗੁਰੂ ਜੀ ਤੋਂ ਆਗਿਆ ਮੰਗੀ, ਮਹਾਰਾਜ ਮੈਂ ਕਿਵੇਂ? ਗਰੀਬ ਨਿਵਾਜ ਜੀਓ, ਮੈਨੂੰ ਕੀ ਆਗਿਆ ਹੈ? ਮੇਰਾ ਧਰਮ ਹੈ ਛਤਰੀ, ਮੈਂ ਮੁਗਲ ਦੀ ਚਾਕਰੀ ਕਰਦਾ ਹਾਂ। ਸਤਿਗੁਰੂ ਜੀ ਮੈਨੂੰ ਕੀ ਆਗਿਆ ਹੈ? ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਮਨ ਕਰਕੇ ਹਿੰਸਾ ਨਹੀਂ ਕਰਨੀ। ਸੋ ਇੱਕ ਦਿਨ ਸ਼ਿਕਾਰ ਨੂੰ ਚੜ੍ਹੇ ਮੁਗਲ ਦੇ ਨਾਲ ਭਾਈ ਤਲੋਕਾ ਜੀ। ਸੋ ਦੋਨਾਂ ਨੇ ਘੋੜੇ ਭਜਾਏ, ਬਾਕੀ ਸਾਰੇ ਪਿੱਛੇ ਰਹਿ ਗਏ ਤੇ ਇਹ ਦੋਨੋਂ ਹੀ ਮੁਗਲ ਤੇ ਭਾਈ ਤਲੋਕਾ ਅੱਗੇ ਗਏ। ਸੋ ਭਾਈ ਤਲੋਕੇ ਦਾ ਜੋ ਘੋੜਾ ਸੀ ਉਹ ਹਿਰਨੀ ਦੇ ਨਾਲ ਮਿਲਿਆ ਤੇ ਇਹੋ ਜਿਹਾ ਭਰਮਾਂ ਵਾਰ ਕੀਤਾ ਕਿ ਉਹਦਾ ਪੇਟ ਚਾਕ ਕਰ ਦਿੱਤਾ। ਸੋ ਪੇਟ ਵਿੱਚੋਂ ਉਹ ਗਰਭਵਤੀ ਹਿਰਨੀ ਦੇ ਬੱਚੇ ਨਿਕਲੇ, ਤੜਫ ਕੇ ਸਾਹਮਣੇ ਜਿੱਥੇ ਹਿਰਨੀ ਮਰੀ ਨਾਲ ਉਹ ਵੀ ਮਰ ਗਏ। ਮਨ ਵਿੱਚ ਬੜਾ ਭੈ ਖਾਧਾ ਕਿ ਸਤਿਗੁਰੂ ਜੀ ਨੂੰ ਤਾਂ ਬਚਨ ਦਿੱਤਾ ਸੀ, ਸਤਿਗੁਰੂ ਜੀ ਨੇ ਤਾਂ ਬਚਨ ਕੀਤਾ ਸੀ ਕਿ ਹਿੰਸਾ ਤੋਂ ਰਹਿਤ ਰਹਿਣਾ, ਅੱਜ ਬੜਾ ਪਾਪ ਹੋ ਗਿਆ। ਸੋਚਿਆ ਕਿ ਕਿਰਪਾਨ ਕਰਕੇ ਹੋਇਆ, ਕਿਰਪਾਨ ਲੱਕੜ ਦੀ ਬਣਾ ਕੇ ਪਾ ਲਈ, ਮੁੱਠਾ ਜਿਹੜਾ ਸੀ ਲੋਹੇ ਦਾ ਤੇ ਫਾਲਾ ਲੱਕੜ ਦਾ ਘੜ ਕੇ ਪਵਾ ਲਿਆ। ਕਿਸੇ ਦੁਸ਼ਮਣ ਨੂੰ ਪਤਾ ਲੱਗਾ, ਉਹਨੇ ਚੁਗਲੀ ਕਰ ਦਿੱਤੀ ਮੁਗਲ ਦੇ ਪਾਸ। ਕਿ ਇਹ ਜੋ ਭਾਈ ਤਲੋਕਾ ਹੈ, ਜਿਹਨੂੰ ਤੂੰ 5 ਰੁਪਈਏ ਸੋ ਚਾਕਰੀ ਦਿੰਦਾ ਹੈ, ਇਹ ਤਾਂ ਇਹਦੇ ਪਾਸ ਤਾਂ ਲੱਕੜ ਦੀ ਫਾਲੇ ਵਾਲੀ ਕਿਰਪਾਨ ਹੈ, ਇਹ ਤੇਰੀ ਕੀ ਸਹਾਇਤਾ ਕਰੇਗਾ, ਕੀ ਰੱਖਿਆ ਕਰੇਗਾ?
ਤੇ ਇਸ ਸਮੇਂ ਗੁਰੂ ਕੇ ਪਿਆਰਿਓ, ਮੁਗਲ ਨੇ ਵਿਚਾਰਿਆ ਕਿ ਭਾਈ ਤਲੋਕਾ ਸੂਰਮਾ ਹੈ, ਜੇ ਏਦਾਂ ਉਹਨੂੰ ਕਿਹਾ ਤੇ ਨਾਰਾਜ਼ ਨਾ ਹੋ ਜਾਏ। ਵਿਚਾਰ ਕਰਕੇ ਸਾਰੀ ਸਭਾ ਦੇ ਵਿੱਚ ਕਹਿਣ ਲੱਗਾ ਕਿ ਅੱਜ ਸਾਰੇ ਆਪੋ ਆਪਣੀਆਂ ਕਿਰਪਾਨਾਂ ਵਿਖਾਓ। ਸਭ ਤੋਂ ਪਹਿਲਾਂ ਮੈਂ ਆਪਣੀ ਵਿਖਾਉਣਾ, ਤੁਸੀਂ ਵੀ ਵਿਖਾ ਲਓ ਕਿ ਤੁਹਾਡੀ ਕਿਰਪਾਨ ਤੇ ਕਿਹਦੀ ਮੋਹਰ ਹੈ, ਕਿਸ ਮਾਰਕੇ ਦੀ ਹੈ। ਸਾਰਿਆਂ ਨੇ ਆਪੋ ਆਪਣੀਆਂ ਕਿਰਪਾਨਾਂ ਵਿਖਾਤੀਆਂ। ਭਾਈ ਤ੍ਰਿਲੋਕੇ ਦੀ ਵਾਰੀ ਆਈ। ਮਨ ਵਿੱਚ ਬੜਾ ਭੈ ਕੀਤਾ ਕਿ ਅੱਜ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਬਚਾ ਸਕਦੇ ਹੋ, ਵਰਨਾ ਇਹ ਭਰੀ ਸਭਾ ਦੇ ਵਿੱਚ ਇੱਜ਼ਤ ਨਹੀਂ ਰਹਿਣੀ, ਝੂਠਾ ਪੈ ਜਾਵਾਂਗਾ। ਜਦੋਂ ਮੁਗਲ ਨੇ ਪੁੱਛਿਆ, ਕਹਿਣ ਲੱਗਾ ਭਾਈ ਤਲੋਕੇ ਤੇਰੀ ਕਿਰਪਾਨ ਤੇ ਕਿਹਦੀ ਮੋਹਰ ਹੈ, ਇਹ ਕਿਹੜਾ ਮਾਰਕਾ ਹੈ? ਕਹਿਣ ਲੱਗਾ ਮੇਰੀ ਕਿਰਪਾਨ ਦੇ ਉੱਪਰ ਸਤਿਗੁਰੂ ਜੀ ਦੀ ਮੋਹਰ ਹੈ। ਔਰ ਵਾਹਿਗੁਰੂ ਕਹਿ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਕਰਕੇ ਮੁਖ ਤੋਂ ਉਚਾਰ ਕੇ ਜਦੋਂ ਇਹ ਫਾਲਾ ਖਿੱਚਿਆ, ਇਹ ਕਿਰਪਾਨ ਨੂੰ ਬਾਹਰ ਖਿੱਚਿਆ ਤੇ ਉਸੇ ਵੇਲੇ ਫੌਲਾਦੀ ਚਮਕਦੀ ਹੋਈ ਕਿਰਪਾਨ ਨਿਕਲੀ। ਇਸ ਤਰ੍ਹਾਂ ਭਾਈ ਤ੍ਰਿਲੋਕੇ ਦੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਰੀ ਸਭਾ ਦੇ ਵਿੱਚ ਇਹ ਰੱਖ ਲਈ, ਭੈ ਡਰ ਦੂਰ ਕਰ ਦਿੱਤਾ। ਇਹੋ ਜਿਹੇ ਸਤਿਗੁਰੂ ਗਰੀਬ ਨਿਵਾਜ ਜੀ ਪੂਰਨ ਪੁਰਖ ਵਿਧਾਤਾ ਸਰੂਪ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਸਤਿਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰ ਸ਼ਬਦ ਸਮਾਇਓ। ਇਹਨਾਂ ਸਾਰੇ ਸਤਿਗੁਰਾਂ ਦੇ ਉਪਦੇਸ਼ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਲੀਨ ਹੋਏ ਹਨ। ਧੰਨ ਧੰਨ ਗੁਰੂ ਰਾਮਦਾਸ ਗੁਰ, ਜਿਨ ਪਾਰਸ ਪਰਸ ਮਿਲਾਇਓ। ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਜੀ, ਗੁਰ ਜੋ ਪੂਜਨੀਕ ਹਨ, ਜਿਨ੍ਹਾਂ ਨੇ ਪਾਰਸ ਪਰਸ ਮਿਲਾਇਓ। ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਜੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਆਪਣੇ ਨਾਲ ਪਰਸ ਕਰਕੇ ਬ੍ਰਹਮ ਦੇ ਨਾਲ ਮਿਲਾਉਣਾ ਕੀਤਾ ਹੈ। ਜੈ ਜੈਕਾਰ ਜਸ ਜਗ ਅੰਦਰ, ਮੰਦਰ ਭਾਗ ਜੁਗਤ ਸਿਵ ਰਹਤਾ। ਆਪ ਜੀ ਦੀ ਜੈ ਜੈਕਾਰ ਜਸ ਵਡਿਆਈ ਸਾਰੇ ਸੰਸਾਰ ਅੰਦਰ ਹੋ ਰਹੀ ਹੈ। ਮੰਦਰ ਭਾਗ, ਮੰਦਰ ਅਧਿਸ਼ਠਾਨ ਰੂਪ ਹੋ ਆਪ ਜੀ। ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਅਥਵਾ ਆਪ ਜੀ ਸਾਰੇ ਜੀਵਾਂ ਦੇ ਭਾਗ ਕਰਮ ਜਗਾਉਣ ਵਾਲੇ ਹੋ ਔਰ ਅਧਿਸ਼ਠਾਨ ਰੂਪ ਹੋ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਅਥਵਾ ਸ੍ਰੀ ਹਰਿਮੰਦਰ ਸਾਹਿਬ ਜੀ ਜੋ ਰਚਿਆ ਹੋਇਆ ਨਾ, ਇਹ ਹਰਿਮੰਦਰ ਭਾਗਾਂ ਵਾਲਾ ਮੰਦਰ ਹੈ। ਹਰਿਮੰਦਰ ਸਾਹਿਬ ਜੀ ਰਚ ਕੇ ਤੇ ਇਸ ਦੇ ਭਾਗ ਹਿੱਸੇ ਜੋ ਦਰਬਾਰ ਸਾਹਿਬ ਆ ਨਾ, ਦਰਬਾਰ ਸਾਹਿਬ ਵਿੱਚ ਜਾਣ ਲਈ ਪਹਿਲੀ ਦਹਲੀਜ਼ ਜੋ ਹੈ, ਇੱਥੇ ਬੈਠ ਕੇ ਧੰਨ ਗੁਰੂ ਸੱਚੇ ਪਾਤਸ਼ਾਹ ਰਾਮਦਾਸ ਜੀ ਨੂੰ ਆਪ ਜੀ ਯਾਦ ਕਰਕੇ ਪਰਿਕਰਮਾ ਕਰਦੇ ਸੀ। ਇਸ ਤਰ੍ਹਾਂ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਜੀ ਨੇ ਮੰਦਰ ਭਾਗ, ਇਹ ਭਾਗਾਂ ਵਾਲੇ ਮੰਦਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਇੱਥੇ ਸਤਿਗੁਰੂ ਜੀ ਨੇ ਆਮ ਸੰਗਤ ਦੇ ਵਿੱਚ ਹੀ ਬੈਠਦੇ ਔਰ ਸ਼ਬਦ ਦੀ ਜੋ ਹੈ ਨਾ, ਪੋਥੀ ਸਾਹਿਬ ਜਦੋਂ ਰਚਨਾ ਕਰ ਦਿੱਤੀ ਤਾਂ ਪੋਥੀ ਸਾਹਿਬ ਦੇ ਉੱਪਰ ਹੀ ਚੌਰ ਹੁੰਦਾ। ਆਪ ਸਤਿਗੁਰੂ ਸੰਗਤ ਦੇ ਵਿੱਚ ਆਮ ਜੀ ਸੰਗਤ ਵਾਂਗ ਸਿੱਖਾਂ ਵਾਂਗ ਬੈਠ ਜਾਂਦੇ, ਵੱਖਰਾ ਕੋਈ ਪਲੰਘਾ ਜਾਂ ਸਿੰਘਾਸਨ ਨਾ ਡਾਉਂਦੇ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ। ਜੁਗਤ ਸਿਵ ਰਹਤਾ,
ਇਹ ਕਲਿਆਣ ਸਰੂਪ ਵਾਹਿਗੁਰੂ ਦੇ ਵਿੱਚ ਜੁਗਤੀ, ਸੋ ਮੁਕਤੀ ਜੋ ਕਲਿਆਣ ਹੈ ਨਾ, ਮੁਕਤੀ ਦੇਣ ਵਾਲੇ ਜੁਗਤੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਗੁਰਸਿੱਖਾਂ ਨੂੰ। ਇਸੇ ਤਰ੍ਹਾਂ ਸੋ ਜਿਸ ਆਪ ਜੀ ਦੇ ਧੰਨ ਗਰੀਬ ਨਿਵਾਜ ਜੀਓ ਜਸ ਨੂੰ ਸਾਰੇ ਸੰਸਾਰ ਦੇ ਲੋਕ ਗਾ ਰਹੇ ਹਨ, ਜੈ ਜੈਕਾਰ ਜਾਸ ਜਗ ਅੰਦਰ। ਸੋ ਜਿਸ ਆਪ ਜੀ ਦੀ ਜੈ ਜੈਕਾਰ ਸਾਰੇ ਹੀ ਸੰਸਾਰ ਦੇ ਵਿੱਚ ਹੋ ਰਹੀ ਹੈ, ਜੁਗਤ ਸਿਵ ਰਹਿਤਾ, ਆਪ ਜੀ ਜੁਗਤੀ ਬਖਸ਼ਿਸ਼ ਕਰਦੇ ਹੋ, ਸ਼ਿਵ ਕਲਿਆਣ ਸਰੂਪ ਪਰਮਾਤਮਾ ਦੇ ਵਿੱਚ ਰਹਿਤ ਕਰ ਦਿੰਦੇ ਹੋ ਸਿੱਖਾਂ ਦੀ। ਗੁਰ ਪੂਰਾ ਪਾਇਓ ਬੜ ਭਾਗੀ, ਲਿਵ ਲਾਗੀ ਮੇਦਨ ਭਰ ਸਹਿਤਾ। ਭੱਟ ਜਨ ਫਰਮਾਉਂਦੇ ਇਹੋ ਜਿਹੇ ਪੂਰਨ ਸਤਿਗੁਰੂ ਜੀ ਨੂੰ ਵੱਡਿਆਂ ਭਾਗਾਂ ਨਾਲ ਅਸੀਂ ਪ੍ਰਾਪਤ ਕੀਤਾ ਹੈ, ਕਿਉਂਕਿ ਬਹੁਤ ਥਾਵਾਂ ਤੇ ਭਰਮ ਕਰਕੇ ਵਿਚਰ ਕਰਕੇ ਆਏ ਆ, ਪਰ ਪਖੰਡੀ ਤਾਂ ਬਹੁਤ ਮਿਲੇ। ਪੂਰਾ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ, ਏਕ ਦ੍ਰਿਸ਼ਟ ਤਾਰੇ ਗੁਰ ਪੂਰਾ, ਇੱਕ ਨਿਮਖ ਮਾਤਰ ਦੇ ਨਾਲ ਤੱਕਣ ਦੇ ਨਾਲ ਪੂਰਾ ਗੁਰ ਅਖਿਆਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਪੂਰਾ ਸਤਿਗੁਰੂ ਜੀ ਜਿਹਦਾ ਨਾਸ਼ ਤੋਂ ਰਹਿਤ ਮੰਤਰ ਹੈ, ਵਾਹਿਗੁਰੂ ਮੰਤਰ, ਔਰ ਇੱਕ ਦ੍ਰਿਸ਼ਟੀ ਮਿਹਰ ਭਰੀ ਨਿਗਾਹ ਨਾਲ ਤੱਕ ਲੈਣ, ਇੱਕ ਵਾਰ ਨਿਗਾਹ ਪਾ ਦੇਣ ਤੇ ਪਾਪੀਆਂ ਨੂੰ ਸੰਤ ਬਣਾ ਦਿੰਦੇ ਸਤਿਗੁਰੂ। ਇਹੋ ਜਿਹੇ ਸਤਿਗੁਰੂ ਜੀ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਕੀਤੇ ਆ। ਲਿਵ ਲਾਗੀ ਮੇਦਨ ਭਰ ਸਹਿਤਾ, ਜਿਨ੍ਹਾਂ ਦੀ ਲਿਵ ਲੱਗੀ ਹੈ ਸਤਿਗੁਰਾਂ ਨਾਲ, ਉਹ ਮੇਦਨ ਸਾਰੀ ਧਰਤੀ ਦਾ ਭਾਰ ਸਹਾਰ ਲੈਂਦੇ ਆ। ਜਿਵੇਂ ਸ਼ੇਸ਼ਨਾਗ ਮੰਨਿਆ, ਕਹਿੰਦੇ ਉਹ ਲਿਵ ਲਾ ਕੇ ਇਹ ਤਾਂ ਸਾਰੀ ਧਰਤੀ ਦਾ ਭਾਰ ਫੁੱਲਾਂ ਦੇ ਵਾਂਗ ਸਹਾਰ ਰਿਹਾ ਹੈ। ਜਿਵੇਂ ਫੁੱਲ ਹੌਲਾ ਜਿਹਾ ਹੁੰਦਾ ਚੁੱਕਿਆ ਭਾਰ ਨਹੀਂ ਲੱਗਦਾ, ਇਸ ਤਰ੍ਹਾਂ ਸਾਰੀ ਧਰਤੀ ਦੇ ਭਾਰ ਨੂੰ ਸ਼ੇਸ਼ਨਾਗ ਇੱਕ ਫੁੱਲ ਦੀ ਤਰ੍ਹਾਂ ਸਹਾਰ ਰਿਹਾ ਹੈ, ਲਿਵ ਲਾ ਕਰਕੇ, ਜਿਸ ਆਪ ਜੀ ਦੇ ਚਰਨਾਂ ਨਾਲ। ਧੰਨ ਗਰੀਬ ਨਿਵਾਜ ਜੀਓ, ਜਿਨ੍ਹਾਂ ਗੁਰਸਿੱਖਾਂ ਦੀ ਆਪ ਜੀ ਦੇ ਚਰਨਾਂ ਨਾਲ ਲਿਵ ਲੱਗੀ ਹੈ, ਉਹ ਸਾਰੀ ਧਰਤੀ ਦੇ ਜੀਵਾਂ ਦੇ ਭਾਰ ਨੂੰ, ਪਾਪਾਂ ਨੂੰ ਸਹਾਰਨਯੋਗ ਹਨ, ਨਿਵਰਤ ਕਰਨ ਨੂੰ ਸਮਰੱਥ ਹਨ। ਪਹਿ ਭੰਜਨ ਪਰ ਪੀਰ ਨਿਵਾਰਨ, ਕਲ ਸਹਾਰ ਤੋਹੇ ਜਸ ਬਖਤਾ। ਇਹ ਸਤਿਗੁਰੂ ਜੀ ਆਪ ਜੀ ਕਾਲ ਦਾ ਡਰ ਦੂਰ ਕਰਨ ਵਾਲੇ ਹੋ, ਪਰਾਈ ਪੀੜਾ ਜੋ ਹੈ ਉਹਨੂੰ ਮਿਟਣ ਵਾਲੇ ਹੋ। ਔਰ ਇਸੇ ਤਰ੍ਹਾਂ ਧੰਨ ਗਰੀਬ ਨਿਵਾਜ ਜੀਓ ਪਰ ਭਲੀ ਪ੍ਰਕਾਰ ਜੋ ਅਵਿਦਿਆ ਰੂਪ ਪੀੜਾ, ਇਹਨੂੰ ਦੂਰ ਕਰਨ ਵਾਲੇ ਹੋ। ਕੱਲ ਸਹਾਰ, ਇਹ ਜੋ ਪਹਿਲੇ ਸਵਈਏ ਆਏ ਹਨ 5, ਉਹ ਕੱਲ ਭੱਟ ਜੀ ਦੇ ਆਏ ਆ। ਇਹ ਸਵਈਆ ਕੱਲ ਸਹਾਰ ਜੀ ਦਾ ਹੈ, ਇੱਕ ਸਵਈਆ। ਸੋ ਕੱਲ ਸਹਾਰ ਜੀ ਭੱਟ ਜੀ ਫਰਮਾਉਂਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਆਪ ਜੀ ਦਾ ਜਸ ਕਥਨ ਕਰਦਾ ਹਾਂ, ਆਪ ਜੀ ਦੇ ਜਸ ਨੂੰ ਮੁਖ ਤੋਂ ਉਚਾਰਨ ਕਰਦਾ ਹਾਂ। ਕੁਲ ਸੋਢੀ ਗੁਰ ਰਾਮਦਾਸ ਤਨ, ਧਰਮ ਤੁਝਾ ਅਰਜੁਨ ਹਰ ਭਗਤਾ। ਆਪ ਜੀ ਸੋਢੀ ਕੁਲ ਦੇ ਵਿੱਚ ਆਪ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਅਵਤਾਰ ਧਾਰਨ ਕੀਤਾ। ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਹੋ ਆਪ ਜੀ। ਆਪ ਜੀ ਧਰਮ ਦੀ ਧੁਜਾ ਰੂਪ ਹੋ, ਅਥਵਾ ਧਰਮ ਦੀ ਧੁਜਾ ਫੈਲਾਉਣ ਵਾਲੇ ਹੋ, ਫਹਿਰਾਉਣ ਵਾਲੇ ਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਹਰੀ ਦੀ ਭਗਤੀ, ਆਪ ਜੀ ਹਰੀ ਦੇ ਭਗਤ ਹੋ, ਹਰੀ ਦੀ ਭਗਤੀ ਨੂੰ ਸੰਸਾਰ ਦੇ ਵਿੱਚ ਫੈਲਾਉਣ ਵਾਲੇ ਹੋ। ਇੱਥੋਂ ਤੱਕ 6 ਸਵਈਆਂ ਦੀ ਕਥਾ ਜੋ ਸੱਚੇ ਪਾਤਸ਼ਾਹ ਜੀ ਦੇ ਸੰਪੂਰਨ ਹੋਈ ਹੈ।
ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਭੈ ਭੰਜਨ ਪਰ ਪੀਰਨ ਵਾਰਨ, ਕਲ ਸਹਾਰ ਤੋਹੇ ਜਸ ਬਖਤਾ। ਕੁਲ ਸੋਢੀ ਗੁਰ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ।